ठीक है जी, सत श्री अकाल जी। मेरा नाम रविंदर सेन है। मैं हैल्थ कोच है, सेल्फ मेड हैल्थ कोच है जी। बाय प्रोफेशन मैं पहला थेरेपिस्ट है, काउंसलर ऑन द सब्जेक्ट ऑफ ह्यूमन माइंड। मैंने 14 ਸਾਲ ਲੋਕਾਂ ਨੂੰ ਥੈਰੇਪੀ ਦਿੱਤੀ ਹੈ, ਜਿਹਨੂੰ ਅਸੀਂ ਕਹਿੰਦੇ ਐਬਿਲਿਟੀ ਕਾਉਂਸਲਿੰਗ ਜਾਂ ਕੰਸਲਟੇਸ਼ਨ, ਜਿਸ ਤੋਂ ਅਸੀਂ ਲੋਕਾਂ ਨੂੰ ਸਟ੍ਰੈਸ ਚੋਂ, ਰਿਲੇਸ਼ਨਸ਼ਿਪ ਇਸ਼ੂਜ਼ ਚੋਂ ਕੱਢਣ ਦੀ ਉਹ ਕਰਦੇ ਸੀਗੇ, ਹੈਲਪ ਕਰਦੇ ਸੀ। 5-5.5 ਸਾਲ ਪਹਿਲਾਂ ਆਈ ਗੋਟ ਇਨਟੂ ਹੈਲਥ, ਕਿਉਂਕਿ ਮੈਂ ਆਪ ਬਹੁਤ ਅਨਹੈਲਦੀ ਸੀਗਾ। ਮੈਨੇ ਆਪਣੇ ਲਈ ਰਿਸਰਚ ਕਰਨੀ ਸ਼ੁਰੂ ਕਰੀ ਸੀ, ਪੜ੍ਹਾਈ ਦਾ ਸ਼ੌਕ ਰੱਖਦਾ, ਤਾਂ ਮੈਂ ਆਪਣੇ ਆਪ ਨੂੰ ਹੈਲਦੀ ਕਰਨ ਤੋਂ ਬਾਅਦ ਆਪਣੇ ਕੁਝ ਭਾਈ ਬੰਦੂ ਦੋਸਤ ਮਿੱਤਰਾਂ ਨੂੰ ਹੈਲਦੀ ਕਰਿਆ ਤੇ ਮੈਨੂੰ ਗੱਲ ਸਮਝ ਆਈ ਕਿ ਲੋਕੀ ਅਨਹੈਲਦੀ ਹੈ ਤਾਂ ਉਹ ਬਿਮਾਰ ਠਮਾਰ ਹੈ। ਉਹ ਬਿਮਾਰ ਇਸ ਕਰਕੇ ਨਹੀਂ ਹੈ ਕਿ ਉਹ ਅਨਹੈਲਦੀ ਹੈ, ਉਹ ਅਨਹੈਲਦੀ ਹੈ ਤਾਂ ਬਿਮਾਰ ਹੈ। ਉਹ ਪੁੱਠਾ ਰਿਲੇਸ਼ਨ ਹੈ। ਲੋਕੀ ਸੋਚਦੇ ਆ ਪਹਿਲਾਂ ਮੈਂ ਬਿਮਾਰ ਹੋਇਆ ਫਿਰ ਮੈਂ ਅਨਹੈਲਦੀ ਹੋਇਆ। ਐਕਚੁਅਲ ਚੋਂ ਪਹਿਲਾਂ ਅਨਹੈਲਦੀ ਹੈ ਫਿਰ ਬਿਮਾਰ ਹੁੰਦੇ ਆ। ਤਾਂ ਹਾਂ, ਮੇਰਾ ਵਰਕਿੰਗ ਵੇ ਹੈ ਕਿ ਲੋਕਾਂ ਨੂੰ ਹੈਲਦੀ ਕਰ ਦਿਓ, ਬਿਮਾਰੀ ਨਾਲ ਕਰਨ ਦੀ ਗੱਲਬਾਤ ਲੋੜ ਹੀ ਨਹੀਂ ਹੈ। ਬੜੇ ਲੋਕ ਮੈਨੂੰ ਡਾਕਟਰ ਸਾਹਿਬ ਕਹਿੰਦੇ ਨੇ, ਮੈਂ ਕਹਿੰਦਾ ਨਹੀਂ ਜੀ ਨਹੀਂ, ਮੈਂ ਡਾਕਟਰ ਨਹੀਂ ਹੈ। ਡਾਕਟਰ ਦਵਾਈਆਂ 'ਚ ਬਿਲੀਵ ਕਰਦਾ, ਬਿਮਾਰੀਆਂ 'ਚ ਬਿਲੀਵ ਕਰਦਾ, ਮੈਂ ਸਿਹਤ 'ਚ ਬਿਲੀਵ ਕਰਦਾ, ਤਾਂ ਹੀ ਮੈਂ ਆਪਣੇ ਨੂੰ ਹੈਲਥ ਕੋਚ ਦੱਸਦਾ। ਇਹਦੇ ਲਈ ਕੋਈ ਡਿਗਰੀ ਨਹੀਂ ਹੈ ਇੰਡੀਆ 'ਚ ਜਾਂ ਬਾਹਰ ਕਿਤੇ ਵੀ। ਇਹਦੇ ਲਈ ਸਿਰਫ ਫੂਡ ਦੀ ਸਾਇੰਸ ਹੈ ਕਿ ਫੂਡ ਤੇ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਮੀਨਸ ਹਰਬਸ, ਵਾਈਟਮਿਨਸ। ਉਹ ਵੀ ਵਾਈਟਮਿਨਸ ਮੈਂ ਸਿੰਥੈਟਿਕ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ। ਮੈਨੂੰ ਤਾਂ ਚੀਜ਼ਾਂ ਪਸੰਦ ਨੇ ਜਿਹੜੀ ਜੜੀ ਬੂਟੀਆਂ ਤੋਂ, ਹਰਬਸ ਤੋਂ ਬਣੀ ਹੋਈ ਚੀਜ਼ਾਂ ਨੇ। ਤਾਂ ਹੀ ਮੇਰੀ ਰਿਸਰਚ ਅੱਜ ਕੱਲ੍ਹ ਜਿੱਤੇ ਮੇਰਾ ਜ਼ੋਰ ਲੱਗਿਆ ਹੋਇਆ ਕਿ ਹਲਦੀ ਹੈ ਨਾ, ਇਹੀ ਜਿਹੀ ਚੀਜ਼ਾਂ ਜਿਵੇਂ ਜਿਹੜੀ ਆਪਣੀ ਨੋਰਮਲ ਘਰ ਦੇ ਵਿੱਚ ਚੀਜ਼ਾਂ ਨੇ, ਕਾਲੀ ਮਿਰਚ, ਸੌਂਫ, ਇਲਾਇਚੀ, ਇਹੀ ਚੀਜ਼ਾਂ ਨੂੰ ਆਪਣੀ ਡਾਈਟ 'ਚ ਕਿਵੇਂ ਪਾਇਆ ਜਾਏ ਤਾਂ ਕਿ ਆਪਣੀ ਬੋਡੀ ਨੂੰ ਇਹ ਚੀਜ਼ਾਂ ਲੱਗ ਸਕਣ। ਦੇਖੋ ਕੀ ਹੋਇਆ, ਆਪਣੇ ਕੋਲ ਨਾ ਬਹੁਤ ਸੋਹਣੀ ਆਪਣੇ ਹਿੰਦੁਸਤਾਨ ਦੀ ਗੱਲ ਸੀ ਮਸ਼ਹੂਰ ਕਿ ਆਪਣੇ ਹਰ ਇੱਕ ਕਿਚਨ ਦੇ ਵਿੱਚ ਕਹਿੰਦੇ ਵੈਦਸ਼ਾਲਾ ਸੀਗੀ, ਹੈ ਨਾ। ਜਿਵੇਂ ਤੁਸੀਂ ਕਹਿ ਲਓ ਕਿ ਕਿਚਨ ਦੇ ਵਿੱਚ ਹੀ ਤੁਹਾਡੇ ਕੈਮਿਸਟ, ਕੰਪਾਊਂਡਰ, ਸਭ ਕੁਝ ਸੀਗਾ, ਡਾਕਟਰ। ਮਗਰ ਆਪਾਂ ਨੂੰ ਪਹਿਲਾਂ ਡਾਈਟ ਚੇਂਜ ਕਰਤੀ, ਫਿਰ ਆਪਣੀ ਜਿਹੜੀ ਚੰਗੀਆਂ ਚੀਜ਼ਾਂ ਸੀ ਆਪਣੇ ਕੋਲ, ਸਪਾਈਸਿਸ, ਜਿਹਦੇ ਕਰਕੇ ਇੰਡੀਆ ਗੁਲਾਮ ਬਣਿਆ ਸੀਗਾ, ਆਪਣੀ ਆਪਾਂ ਉਹ ਵੀ ਲੈ ਲਈਆਂ। ਤਾਂ ਆਪਣੇ ਕੋਲ ਨਾ ਤਾਂ ਰਹੀ ਚੰਗੀ ਹੈਲਥ, ਨਾ ਰਹੀ ਆਪਣੇ ਕੋਲ ਸਪਾਈਸਿਸ। ਇਹ ਦੋਨੋਂ ਚੀਜ਼ਾਂ ਨੇ ਆਪਾਂ ਨੂੰ ਬਹੁਤ ਤੰਗ ਕਰਤਾ। ਤੇ ਆਪਾਂ ਕੀ ਕਰਨਾ, ਸਿਰਫ ਤੇ ਸਿਰਫ ਫੂਡ ਚੇਂਜ ਕਰਨਾ, ਡਾਈਟ ਚੇਂਜ ਕਰਨੀ ਹੈ, ਉਹਦੇ ਨਾਲ ਬਹੁਤ ਫਰਕ ਪੈ ਜਾਂਦਾ। ਤੇ ਅਗਰ ਸਿਰਫ ਇਹ ਦੋ ਚੀਜ਼ਾਂ ਠੀਕ ਕਰ ਲਈ ਤੇ ਜਾਣ ਤਾਂ 90% ਲੋਕੀ ਐਂ ਹੈਲਦੀ ਹੋਏ ਨੇ। ਠੀਕ ਹੈ, ਤਾਂ ਫਿਰ ਆਪਾਂ ਕਰਨਾ ਕੀ, ਆਪਾਂ ਚੇਂਜ ਕੀ ਕਰਨਾ ਹੈ, ਸਿਰਫ ਖਾਣਾ ਚੇਂਜ ਕਰਨਾ ਹੈ। ਸਭ ਤੋਂ ਪਹਿਲਾਂ ਮੈਂ ਲੋਕਾਂ ਨੂੰ ਸਮਝਾਉਣਾ, ਹੈਲਥ ਠੀਕ ਕਰਨੀ ਹੈ, ਬਿਮਾਰੀ ਤੇ ਅਨਹੈਲਥ ਨਾਲ ਨਹੀਂ ਲੜਨਾ। ਜੇ ਤੁਸੀਂ ਖਾਣਾ ਚੇਂਜ ਕਰ ਲੈਂਦੇ ਹੋ, 90% ਸਿਹਤ ਉੱਥੇ ਠੀਕ ਹੋ ਜਾਂਦੀ ਹੈ। ਖਾਣਾ ਚੇਂਜ ਕਰਨ ਤੋਂ ਬਾਅਦ ਤੁਸੀਂ ਅਗਰ ਉਹਦੇ 'ਚ ਹਰਬਸ, ਜਿਹਨੂੰ ਨਿਊਟ੍ਰੀਸ਼ਨ ਕਹਾਂਗੇ, ਉਹ ਪਾਉਂਦੇ ਹੋ, ਉਹ ਹਰਬ ਜਿਹੜੀ ਪਹਿਲਾਂ ਤੁਹਾਨੂੰ ਲੱਗਦੀ ਵੀ ਨਹੀਂ ਸੀ, ਕੋਈ ਫਰਕ ਵੀ ਨਹੀਂ ਪਤਾ ਸੀ, ਉਹ 10 ਗੁਣਾ ਲੱਗਣ ਲੱਗ ਜਾਂਦੀ ਹੈ। ਕਿਉਂ? ਇਹ ਤਾਂ ਉਹ ਗੱਲ ਹੈ ਕਿ ਆਪਾਂ 4 ਪੌੜੀਆਂ ਡੇਲੀ ਉਤਰਦੇ ਹਾਂ, 3 ਪੌੜੀਆਂ ਚੜ੍ਹਦੇ ਹਾਂ, ਤਾਂ ਫਾਇਦਾ ਕਿੰਨਾ ਹੋ ਰਿਹਾ? -1। 4 ਤਾਂ ਉਤਰੇ, 3 ਚੜੇ। ਲੋਕੀ ਕਰਦੇ ਗਲਤ ਖਾ ਕੇ ਫਿਰ ਚੰਗੇ ਵਿਟਾਮਿਨ ਤੇ ਹਰਬਸ ਤੇ ਨਿਊਟ੍ਰੀਸ਼ਨ ਖਾ ਲੈਂਦੇ ਆ, ਕੋਈ ਫਾਇਦਾ ਨਹੀਂ ਹੈ। ਜਿਹੜਾ ਮਾੜਾ ਖਾਇਆ ਤੁਸੀਂ ਉਹਦੇ ਨਾਲ ਪੌੜੀਆਂ ਉਤਰ ਗਏ। ਚੜੇ ਕਿੰਨੀਆਂ ਚੰਗੀ ਚੀਜ਼ ਖਾ ਕੇ? 2 ਜਾਂ 1। ਮੈਂ ਕਹਿੰਦਾ ਉਤਰਨਾ 1 ਵੀ ਨਹੀਂ, ਚੜ੍ਹਨੀਆਂ 3 ਡੇਲੀ ਹੈ, ਤਾਂ ਆਪਾਂ +3 'ਚ ਹੈ। ਤਾਂ ਲੋਕੀ ਕਹਿੰਦੇ ਬੜਾ ਸੋਹਣਾ ਫਰਕ ਪੈ ਗਿਆ, ਬੜੀ ਚੀਜ਼ਾਂ ਕੰਮ ਕਰਦੀਆਂ। ਮੈਂ ਕਿਹਾ ਨਹੀਂ, ਸਭ ਤੋਂ ਪਹਿਲਾਂ ਸਮਝਣਾ ਡਾਈਟ, ਖਾਣਾ, ਰਹਿਣ ਸਹਿਣ। ਜੇ ਕਿਸੇ ਸਿਆਣੇ ਡਾਕਟਰ ਨੂੰ ਪੁੱਛੋਗੇ ਡਾਇਬੀਟੀਜ਼, ਫੈਟੀ ਲਿਵਰ, ਥਾਇਰਾਇਡ, PCOD, PCOS ਇਹ ਬਿਮਾਰੀ ਹੈ? ਉਹ ਅਸਲ 'ਚ ਕਹੇਗਾ ਨਹੀਂ। ਇਹਨਾਂ ਦਾ ਐਕਚੁਅਲ 'ਚ ਨਾਮ ਹੈ, ਕੈਟਾਗਰੀ ਆਉਂਦੀ ਹੈ ਲਾਈਫ ਸਟਾਈਲ ਡਿਸਆਰਡਰ। ਹੁਣ ਕਈ ਚੀਜ਼ਾਂ ਹੁੰਦੀਆਂ ਬਿਮਾਰੀਆਂ, ਹੈ ਨਾ, ਜਿਵੇਂ ਕਹਿ ਲਓ ਤੁਸੀਂ ਕੈਂਸਰ ਬਿਮਾਰੀ ਹੈ ਜੀ, ਹੈ ਨਾ, ਏਡਸ ਬਿਮਾਰੀ ਹੈ ਜੀ। ਜਿਹੜਾ ਜ਼ੁਕਾਮ, ਗਲਾ ਖਰਾਬ, ਫੈਟੀ ਲਿਵਰ, ਸ਼ੂਗਰ, ਥਾਇਰਾਇਡ, ਲਿਵਰ, ਇਹ ਐਕਚੁਅਲ 'ਚ ਬਿਮਾਰੀ ਦੀ ਕੈਟਾਗਰੀ 'ਚ ਨਹੀਂ ਆਉਂਦੀਆਂ। ਕਿਉਂ? ਇਹਨਾਂ ਦੀ ਦਵਾਈ ਨਹੀਂ ਹੈ ਕੋਈ। ਤੁਸੀਂ, ਤੁਹਾਡੀ ਸ਼ੂਗਰ ਹਾਈ ਹੈ, ਤੁਸੀਂ ਗੋਲੀ ਖਾਈ, ਸ਼ੂਗਰ ਥੱਲੇ ਹੋ ਗਈ, ਗੋਲੀ ਨਾ ਖਾਈ, ਸ਼ੂਗਰ ਉੱਥੇ ਹੀ ਆ ਗਈ। ਜਾਂ ਤਾਂ ਤੁਸੀਂ 2 ਗੋਲੀ ਖਾਈ 4 ਮਹੀਨੇ 5 ਮਹੀਨੇ, ਤੁਹਾਡੀ ਉਸ ਤੋਂ ਬਾਅਦ ਸ਼ੂਗਰ ਠੀਕ ਰਹਿਣ ਲੱਗੀ, ਗੋਲੀ ਦੀ ਲੋੜ ਨਹੀਂ ਰਹੀ, ਉਹਨੂੰ ਕਹਾਂਗੇ ਦਵਾਈ। ਇਹ ਕੀ ਕਰਦੇ ਨੇ, ਇਹ ਸਿੰਪਟਮ ਨੂੰ ਦੱਬਣ ਦਾ ਤਰੀਕਾ ਹੈ ਕਿ ਤੁਹਾਡੀ ਬਲੱਡ ਸ਼ੂਗਰ ਹਾਈ ਨਾ ਰਹੇ। ਮਗਰ ਐਕਚੁਅਲ 'ਚ ਬਿਮਾਰੀ ਸੋਲਵ ਹੋਈ ਨਹੀਂ। ਐਵੇਂ ਥਾਇਰਾਇਡ ਦਾ ਪੇਸ਼ੈਂਟਾਂ ਨੂੰ ਪੁੱਛੋ ਜਾ ਕੇ ਕਿ ਡਾਕਟਰ ਸਾਹਿਬ ਨੂੰ ਪੁੱਛੋ ਕਿੰਨੇ ਦੇਰ ਖਾਣੀ ਪੈਣੀ ਹੈ ਗੋਲੀ, ਡਾਕਟਰ ਸਾਹਿਬ ਕਹਿੰਦੇ ਤਾਂ ਪੂਰੀ ਜ਼ਿੰਦਗੀ ਖਾਣੀ ਪੈਣੀ ਹੈ। ਕਿਉਂਕਿ ਡਾਕਟਰ ਸਾਹਿਬ ਨੂੰ ਪਤਾ ਹੈ ਇਹ ਲਾਈਫ ਸਟਾਈਲ ਡਿਸਆਰਡਰ ਹੈ। ਜਿਹੜਾ ਲਾਈਫ ਸਟਾਈਲ ਡਿਸਆਰਡਰ, ਦੈਟ ਮੀਨਸ ਤੁਹਾਡਾ ਜ਼ਿੰਦਗੀ ਜੀਣ ਦਾ ਤਰੀਕਾ ਖਰਾਬ ਹੈ, ਤਾਂ ਤੁਹਾਡੀ ਬਿਮਾਰੀ ਜਾ ਨਹੀਂ ਸਕਦੀ। ਕਿਉਂਕਿ ਬਿਮਾਰੀ ਨਹੀਂ ਹੈ, ਉਹ ਲਾਈਫ ਸਟਾਈਲ ਡਿਸਆਰਡਰ ਹੈ। ਉਹ ਆਰਡਰ 'ਚ ਨਹੀਂ ਹੈ, ਜਿਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ ਉਵੇਂ ਨਹੀਂ ਹੈ। ਤਾਂ ਮੇਰਾ ਕਹਿਣਾ ਸਿੰਪਲ, ਆਪਾਂ ਲਾਈਫ ਸਟਾਈਲ ਹੀ ਬਦਲ ਲੈਂਦੇ ਹਾਂ। ਹੁਣ ਦੇਖੋ, ਕਹਿੰਦੇ ਮੈਨੂੰ ਬੜੇ ਲੋਕ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਫਲਾਣੀ ਚੀਜ਼ ਛੱਡ ਦਿਓ, ਫਲਾਣੀ ਚੀਜ਼ ਛੱਡ ਦਿਓ, ਫਲਾਣੀ ਚੀਜ਼ ਛੱਡ ਦਿਓ, ਇਹ ਪੂਰੀ ਜ਼ਿੰਦਗੀ ਛੱਡ ਦੇਣੀ ਹੈ। ਮੈਂ ਕਿਹਾ ਨਾ, ਮਗਰ ਪਹਿਲਾਂ ਤੰਦਰੁਸਤ ਹੋ ਜਾਈਏ। ਜੇ ਤੁਸੀਂ ਤੰਦਰੁਸਤ ਨਹੀਂ ਹੈਗੇ, ਤੁਹਾਨੂੰ ਤਾਂ ਵੈਸੇ ਹੀ ਡਾਕਟਰ ਨੇ ਚੀਜ਼ਾਂ ਬੰਦ ਕਰਾਤੀਆਂ ਸਾਰੀਆਂ, ਤਾਂ ਪੂਰੀ ਜ਼ਿੰਦਗੀ ਤਾਂ ਉਹਨੇ ਛੜਾਈਆਂ, ਮੈਂ ਥੋੜੀ ਛੜਾਈਆਂ। ਤੇ ਉਹ ਤੋਂ ਵੀ ਪਹਿਲਾਂ ਤੁਸੀਂ ਛੜਾਈਆਂ। ਤੁਸੀਂ ਗਲਤ ਖਾਇਆ, ਤੁਸੀਂ ਆਪਣੀ ਸਿਹਤ ਖਰਾਬ ਕਰੀ, ਤੁਹਾਨੂੰ ਬਿਮਾਰੀ ਲੱਗ ਗਈ। ਡਾਕਟਰ ਕੀ ਕਹਿੰਦਾ ਹੈ ਕਿ ਇਹ ਚੀਜ਼ਾਂ ਨਾ ਖਾਓ, ਜਾਂ ਫਿਰ ਤੁਹਾਨੂੰ ਦਵਾਈ ਖਾਣ ਨੂੰ ਕਹਿੰਦਾ। ਉਹ ਕਿਉਂ ਕਹਿੰਦਾ? ਕਿਉਂਕਿ ਤੁਸੀਂ ਆਪਣੀ ਸਿਹਤ ਖਰਾਬ ਕਰ ਲਈ ਸੀ। ਹੁਣ ਮੈਂ ਤੁਹਾਨੂੰ ਕੀ ਸੁਜੈਸ਼ਨ ਦੇਣੀ ਹੈ, ਮੈਂ ਇਹ ਨਹੀਂ ਕਹਿੰਦਾ ਕਿ ਦਵਾਈਆਂ ਨਾ ਖਾਓ। ਜਿਹੜਾ ਬੰਦਾ ਦਵਾਈ ਖਾ ਰਿਹਾ, ਡਾਕਟਰ ਨੇ ਲਾਇਆ ਹੋਇਆ, ਖਾ ਲਓ, ਮਗਰ ਉਹ ਦਵਾਈ ਨੂੰ ਲੈਣ ਦੀ ਲੋੜ ਹੀ ਨਾ ਪਵੇ।
ਉਹ ਪ੍ਰੋਬਲਮ ਸੋਲਵ ਕਰੋ। ਲਾਈਫ ਸਟਾਈਲ, ਹੁਣ ਹਰ ਇੱਕ ਬੰਦਾ ਜ਼ਿੰਦਗੀ ਜੀ ਰਿਹਾ, ਉਹ ਇੱਕ ਤਰੀਕੇ ਨਾਲ ਜ਼ਿੰਦਗੀ ਜੀ ਰਿਹਾ। ਲਾਈਫ ਸਟਾਈਲ ਦਾ ਮਤਲਬ ਹੈ ਜ਼ਿੰਦਗੀ ਜੀਣ ਦਾ ਤਰੀਕਾ, ਅਗਰ ਪੰਜਾਬੀ ਚ ਕਹੀਏ। ਸੋ ਅਗਰ ਤੁਹਾਡਾ ਜ਼ਿੰਦਗੀ ਜੀਣ ਦਾ ਤਰੀਕਾ ਹੀ ਠੀਕ ਨਹੀਂ ਹੈ ਤਾਂ ਤੁਹਾਨੂੰ ਕੀ ਹੋਏਗਾ, ਬਿਮਾਰੀ ਲੱਗ ਜਾਏਗੀ। ਕੋਈ ਥਾਇਰਾਇਡ, ਬੀਪੀ, ਲਿਵਰ, ਸ਼ੂਗਰ, ਪੀਸੀਓਡੀ, ਪੀਸੀਓਐਸ, ਉਹ ਨਾਮ ਹੀ ਨਹੀਂ ਹੈਗੇ। ਇਨਫਲੇਮੇਸ਼ਨ, ਆਟੋ ਇਮਿਊਨ ਡਿਸਆਰਡਰ, ਜਿੰਨੇ ਮਰਜ਼ੀ ਬੁੱਕਾਂ ਗ੍ਰੰਥ ਪੜ੍ਹ ਲਓ ਤੇ ਉੱਪਰ, ਮਗਰ ਇਹ ਸਭ ਦੇ ਨੀਚੇ ਇੱਕ ਪ੍ਰੋਬਲਮ ਹੈ, ਲਾਈਫ ਸਟਾਈਲ ਡਿਸਆਰਡਰ। ਹੁਣ ਤੁਸੀਂ ਲਾਈਫ ਸਟਾਈਲ ਫਿਕਸ ਕਰਨਾ, ਹੋਰ ਕੁਝ ਨਹੀਂ ਫਿਕਸ ਕਰਨਾ। ਤੇ ਮੇਰਾ ਸਾਰਾ ਕੰਮ ਐਜ਼ ਅ ਕੋਚ ਤਾਂ ਮਤਲਬ ਹੁੰਦਾ ਜਿਹੜਾ ਹੱਥ ਫੜ ਕੇ ਤੁਹਾਨੂੰ ਗਾਈਡ ਕਰਦਾ ਕਿ ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ। ਮੈਂ ਡਾਈਟੀਸ਼ੀਅਨ ਨਹੀਂ ਹੈ, ਮੈਂ ਡਾਕਟਰ ਨਹੀਂ ਹੈ, ਮੈਂ ਤਾਂ ਕੋਚ ਆ ਵੀ ਹੈਲਥ ਦਾ। ਮੈਨੂੰ ਸਿਹਤ ਠੀਕ ਕਰਨੀ ਆਉਂਦੀ ਹੈ। ਮਿਲੀਅਨਸ ਆਫ ਸਕਸੈਸ ਸਟੋਰੀਜ਼ ਆਉਂਦੀਆਂ, ਫਲਾਣੀ ਚੀਜ਼ ਠੀਕ ਹੋ ਗਈ, ਫਲਾਣੀ ਚੀਜ਼ ਠੀਕ ਹੋ ਗਈ, ਫਲਾਣੀ ਚੀਜ਼ ਠੀਕ ਹੋ ਗਈ, ਫਲਾਣੀ ਚੀਜ਼ ਹੋ ਗਈ। ਅਸੀਂ ਕਿਹਾ ਤਾਂ ਪ੍ਰੋਮਿਸ ਹੀ ਨਹੀਂ ਕਰਿਆ ਸੀਗਾ, ਅਸੀਂ ਤਾਂ ਇੱਕ ਚੀਜ਼ ਦਾ ਪ੍ਰੋਮਿਸ ਕਰਿਆ ਸੀ, ਤੁਹਾਨੂੰ ਹੈਲਦੀ ਕਰਨ ਦਾ। ਉਹ ਹੈਲਦੀ ਕਰਕੇ ਤੁਹਾਡੀ ਬੋਡੀ 'ਚ ਜਿਹੜੀ ਉਹਦੀ ਆਪਣੀ ਲੜਾਈਆਂ ਤੋਂ ਲੜਨ ਦੀ ਸ਼ਕਤੀ ਹੈ, ਸੌਰੀ ਬਿਮਾਰੀਆਂ ਤੋਂ ਲੜਨ ਦੀ ਸ਼ਕਤੀ ਹੈ, ਉਹ ਵੱਧ ਜਾਂਦੀ ਹੈ। ਆਪਾਂ ਨੂੰ ਕੁਝ ਨਹੀਂ ਕਰਨਾ ਪੈਂਦਾ, ਤੁਹਾਡੀ ਬੋਡੀ ਆਪਣੇ ਆਪ ਨੂੰ ਹੀਲ ਕਰ ਲੈਂਦੀ ਹੈ। ਤਾਂ ਪਹਿਲੀ ਚੀਜ਼ ਮੇਰੇ ਸਾਇੰਸ ਦੇ ਵਿੱਚ ਜਿਹੜੇ ਮੈਂ ਕੋਚ ਬਣਾਉਣਾ, ਉਹਨਾਂ ਨੂੰ ਪਹਿਲੀ ਚੀਜ਼ ਦੱਸਦਾ, ਅਸੀਂ ਕਿਸੇ ਨੂੰ ਪ੍ਰੋਮਿਸ ਨਹੀਂ ਕਰਦੇ ਕਿ ਉਹਦੀ ਫਲਾਣੀ ਬਿਮਾਰੀ ਠੀਕ ਕਰ ਦਾਂਗੇ, ਉਹਦੀ ਫਲਾਣੀ ਕੰਡੀਸ਼ਨ ਠੀਕ ਕਰ ਦਾਂਗੇ। ਨਹੀਂ, ਅਸੀਂ ਉਹ ਬਿਮਾਰੀਆਂ ਦੇ ਨੀਚੇ ਜਿਹੜਾ ਕਾਰਨ ਹੈ, ਉਹਨੂੰ ਰੂਟ ਕਾਜ਼ ਕਹਿੰਦੇ, ਜੜ, ਉਹਨੂੰ ਠੀਕ ਕਰਨਾ ਹੈ। ਉਹ ਕਿਵੇਂ? ਉਹ ਵੀ ਠੀਕ ਨਹੀਂ ਕਰਨਾ, ਉਹਨੂੰ ਸਿਹਤਮੰਦ ਕਰਨਾ ਹੈ। ਤੁਹਾਡਾ ਸਰੀਰ ਦੀ ਸਿਹਤ, ਇਮਿਊਨ ਸਿਸਟਮ, ਉਹਦੀ ਆਪਣੀ ਲੜਨ ਦੀ ਸ਼ਕਤੀ। ਹੁਣ ਦੇਖੋ, ਮੈਂ ਐਗਜ਼ਾਮਪਲ ਦੇਣਾ, ਉਹਨੇ ਕਿਸੇ ਬੰਦੇ ਦੇ ਟੱਕ ਲੱਗ ਗਿਆ, ਉਹ ਟੱਕ ਕੌਣ ਭਰਦਾ? ਡਾਕਟਰ ਭਰਦਾ ਨਾ। ਉਹ ਤੁਹਾਡੇ ਸਰੀਰ 'ਚ ਇੱਕ ਪਾਵਰ ਹੈ, ਉਹ ਟੱਕ ਕਿੰਨੀ ਜਲਦੀ ਭਰਿਆ ਜਾਊਗਾ। ਜੇ ਤੁਹਾਨੂੰ ਕੈਂਸਰ, ਏਡਸ ਜਾਂ ਤੁਹਾਨੂੰ ਉਹ ਹੈ ਜਿਹਨੂੰ ਕਹਿੰਦੇ ਸ਼ੂਗਰ ਹੈ ਨਾ, ਡਾਇਬਟੀਜ਼, ਇਹ ਟੱਕ ਭਰਦਾ ਹੀ ਨਹੀਂ ਜਾਂ ਬਹੁਤ ਹੌਲੀ ਭਰਦਾ। ਜਿਹੜਾ ਬੰਦਾ ਬਿਲਕੁਲ ਤੰਦਰੁਸਤ ਹੈ, ਉਹ ਦੂਜੇ ਦਿਨ ਟੱਕ ਲੱਗਦਾ ਹੈ ਆਲਮੋਸਟ ਗੌਨ, ਪੰਜਵੇਂ ਦਿਨ ਕੁਝ ਵੀ ਨਹੀਂ ਰਿਹਾ। ਤਾਂ ਇਹ ਕਿਹਦੀ ਪਾਵਰ ਹੈ? ਇਹ ਤੁਹਾਡੇ ਬੋਡੀ 'ਚ ਪਾਵਰ ਹੈ, ਤੁਹਾਡੇ ਆਪਣੇ ਸਰੀਰ 'ਚ ਪਾਵਰ ਹੈ, ਇਹ ਤੁਹਾਡੀ ਸਿਹਤ ਕੋਲ ਪਾਵਰ ਹੈ। ਜੇ ਤੁਹਾਡੀ ਸਿਹਤ ਮਾੜੀ ਹੈ, ਸਟ੍ਰੈਸ 'ਚੋਂ, ਖਾਣਾ ਪੀਣਾ ਗਲਤ ਹੈ, ਉਹ ਟੱਕ ਭਰਦਾ ਹੀ ਨਹੀਂ। ਸੇਮ ਕੋਈ ਵੀ ਬਿਮਾਰੀ ਹੈ, ਹੁਣ ਲੈਟਸ ਸੇ ਡਾਇਬਟੀਜ਼, ਇੱਕ ਬੰਦੇ ਨੂੰ ਉਹਦੀ ਪੈਨਕ੍ਰੀਆ ਦੇ ਬੇਟਾ ਸੈਲਸ ਮਰ ਗਏ, ਉਹ ਬਣ ਸਕਦੇ ਨੇ ਅਗਰ ਉਹ ਤੰਦਰੁਸਤ ਹੋਏਗਾ। ਉਹੀ ਗੱਲ ਹੈ, ਡੇਲੀ 4 ਪੌੜੀਆਂ ਉਤਰ ਜਾਂਦਾ, ਚੰਗੀਆਂ ਦਵਾਈਆਂ ਖਾ ਕੇ 2 ਉੱਪਰ ਚੜ ਜਾਂਦਾ, ਉਹ ਤਾਂ -2 ਚ ਡੇਲੀ। ਤਾਂ ਉਹਦੀ ਹਾਲਤ ਹੌਲੀ ਹੌਲੀ ਉਹ 1 mg, 2 mg, 5 mg, 10 mg ਇਨਸੂਲਿਨ ਕਰ ਲਓ, ਘਿਓ ਨੂੰ ਭਾਂਡਾ, ਸਾਡੀ ਪੰਜਾਬੀ ਕਹੀਏ ਤਾਂ ਕੰਮ ਹੋ ਗਿਆ। ਆਪਾਂ ਉੱਥੇ ਤੱਕ ਨਹੀਂ ਪਹੁੰਚਣਾ, ਆਪਾਂ ਨੇ ਸਿਹਤ ਠੀਕ ਕਰਨੀ ਹੈ। ਸਿਹਤ ਠੀਕ ਕਰਨ ਦਾ ਪਹਿਲਾ ਤਰੀਕਾ ਖਾਣਾ ਠੀਕ ਕਰਨਾ ਹੈ। ਤਾਂ ਉਸ 'ਚ ਮੇਰੀ ਮੋਟੀ ਜਿਹੀ ਸਲਾਹ ਮੈਂ ਹਰ ਇੱਕ ਵੀਡੀਓ 'ਚ ਦੇਣਾ ਕਿ ਕਾਰਬੋਹਾਈਡਰੇਟਸ ਤੋਂ ਦੂਰ ਰਹਿਣਾ, ਚੀਨੀ ਤੋਂ ਦੂਰ ਰਹਿਣਾ, ਫਰੂਟ ਜਿਹੜੇ ਕਿ ਬਹੁਤ ਹਾਈ ਫਰਕਟੋਸ ਕੰਟੈਂਟ ਰੱਖਦੇ ਨੇ, ਉਹਨਾਂ ਤੋਂ ਦੂਰ ਰਹਿਣਾ। ਜੇ ਤੁਹਾਨੂੰ ਫਰੂਟ ਬਹੁਤ ਪਸੰਦ ਹੈ, ਸ਼ਹਿਤੂਤ, ਬਲੂਬੇਰੀਜ਼, ਬਲੈਕਬੇਰੀਜ਼, ਸਟ੍ਰਾਬੇਰੀਜ਼, ਇਹੀ ਚੀਜ਼ਾਂ ਹੈਗੀਆਂ। ਆਮਲਾ ਵੀ ਐਕਚੁਅਲ 'ਚ ਫਰੂਟ ਦੀ ਕੈਟਾਗਰੀ 'ਚ ਆਉਂਦਾ, ਮਗਰ ਉਹ ਖੱਟਾ ਹੈ ਨਾ। ਤਾਂ ਫਰੂਟ ਹੈਗੇ ਨੇ ਕੁਝ ਜਿਹੜੇ ਲੋਕੀ ਖਾ ਸਕਦੇ ਨੇ। ਕਈ ਲੋਕੀ ਅੱਛੀ ਕੁਆਲਿਟੀ ਦਾ ਪਪੀਤਾ ਵੀ ਖਾ ਲੈਂਦੇ ਆ, ਹੈ ਨਾ, ਮਗਰ ਅੱਜ ਕੱਲ ਅੱਛੀ ਕੁਆਲਿਟੀ ਦਾ ਪਪੀਤਾ ਮਿਲਦੇ ਨਹੀਂ, ਨਾ ਅੰਬ ਮਿਲਦਾ, ਨਾ ਮਿਲਦਾ ਤੁਹਾਨੂੰ ਕੇਲਾ। ਪਹਿਲੀ ਨੰਬਰ ਇਨਆਰਗੈਨਿਕ, ਜੈਨੇਟਿਕਲੀ ਮੋਡੀਫਾਈਡ। ਦੂਜੇ ਨੰਬਰ ਤੇ ਉਹ ਗੈਸ ਨਾਲ ਪਕਦੇ ਨੇ, ਸਲਫਾਸ ਗੈਸ ਨਾਲ, ਜਿਹੜੀ ਕਿ ਤੁਹਾਡੇ ਸਟਮਕ ਦੀ ਜਿਹੜੀ ਆਂਤੜਾਂ ਨੇ 12 ਫੁੱਟ ਦੀਆਂ, ਉਹਨਾਂ 'ਚ ਗਲੀਆਂ ਕਰ ਦਿੰਦੀਆਂ ਹੌਲੀ ਹੌਲੀ, ਜਿਹਦੇ ਨਾਲ ਤੁਹਾਨੂੰ ਲੀਕੀ ਗੱਟ ਹੋ ਜਾਂਦਾ, IBS ਹੋ ਜਾਂਦਾ। ਤਾਂ ਉੱਥੇ ਤੱਕ ਪਹੁੰਚਣ ਤੋਂ ਵਧੀਆ ਮੋਟਾ ਜਿਹਾ ਰੂਲ ਹੈ, ਫਰੂਟ ਤੋਂ ਦੂਰ ਰਹਿਣਾ ਚਾਹੀਦਾ। ਤਾਂ ਮੇਰੀ ਬੇਸਿਕ ਡਾਈਟ ਐਵੇਂ ਹੈ। ਹਰ ਇੱਕ ਬੰਦੇ ਨੂੰ ਥੋੜਾ ਪ੍ਰੋਟੀਨ ਚਾਹੀਦਾ, ਕਿਉਂਕਿ ਉਹਦਾ ਮਸਲ ਜਿਹੜਾ ਆਪਣਾ ਮਸਲ ਹੈ, ਇਹ ਪ੍ਰੋਟੀਨ ਤੋਂ ਬਣਦਾ। ਹਰ ਇੱਕ ਬੰਦੇ ਦੀ ਡਾਈਟ 'ਚ ਫੈਟ ਚਾਹੀਦਾ, ਕਿਉਂਕਿ ਫੈਟ ਤੋਂ ਬਿਨਾਂ ਤੁਹਾਡੀ ਬੋਡੀ ਨੂੰ ਕੈਲਰੀਜ਼ ਘਟ ਜਾਂਦੀ ਹੈ, ਉਹ ਤੋਂ ਬਿਨਾਂ ਤੁਹਾਨੂੰ ਰੱਜ ਨਹੀਂ ਆਉਂਦਾ। ਹਰ ਇੱਕ ਬੰਦੇ ਦੀ ਡਾਈਟ 'ਚ ਸੈਲਡ ਚਾਹੀਦਾ, ਘੱਟੋ ਘੱਟ ਮੈਂ ਆਰਾਮ ਨਾਲ ਇੱਕ ਦਿਨ 'ਚ 300 ਤੋਂ 400 ਗ੍ਰਾਮ ਸੈਲਡ ਘੱਟੋ ਘੱਟ ਖਾਣ ਨੂੰ ਕਹੂੰਗਾ। ਬਿਨਾਂ ਸੈਲਡ ਤੋਂ ਤੁਹਾਨੂੰ ਫਾਈਬਰ ਨਹੀਂ ਮਿਲਣਾ। ਸੈਲਡ ਦੇ ਵਿੱਚ ਕ੍ਰੈਟੀਨੋਇਡਸ ਹੁੰਦੇ, ਕ੍ਰੈਟੀਨੋਇਡਸ ਕਿਹਨੂੰ ਕਹਿੰਦੇ ਆ? ਫੈਟ ਸੋਲੂਬਲ ਵਿਟਾਮਿਨਸ। ਜਿਹੜੇ ਵਿਟਾਮਿਨ ਤੇਲ ਦੇ ਵਿੱਚ ਮਿਕਸ ਹੁੰਦੇ ਨੇ, ਉਹ ਸੈਲਡ ਦੇ ਵਿੱਚ ਹੁੰਦੇ ਨੇ। ਉਹ ਵਿਟਾਮਿਨ ਇਹੋ ਜਿਹੇ ਨੇ ਜਿਹੜੇ ਆਪਣੀ ਬੋਡੀ ਨੂੰ ਚਾਹੀਦੇ ਹੀ ਚਾਹੀਦੇ ਨੇ, ਮਗਰ ਉਹ ਹਮੇਸ਼ਾ ਫੈਟ 'ਚ ਮਿਕਸ ਹੁੰਦੇ ਨੇ। ਤਾਂ ਹੀ ਅਸੀਂ ਸੈਲਡ ਦੇ ਉੱਪਰ ਓਲਿਵ ਆਇਲ ਜਾਂ ਕੋਕੋਨਟ ਆਇਲ ਪਾ ਕੇ ਖਾਣ ਨੂੰ ਕਿਹਾ ਜਾਂਦਾ ਹੈ। ਤਾਂ ਮੇਰਾ ਮਕਸਦ ਇਹ ਹੈ, ਪਹਿਲਾਂ ਡਾਈਟ ਫਿਕਸ ਕਰ ਦਿਓ ਜਿਹਦੇ ਨਾਲ ਸਿਹਤ ਵਧੀਆ ਹੋ ਜਾਏ, ਫਿਰ ਸੋਨੇ ਤੇ ਸੁਹਾਗਾ ਉਹਦੇ ਵਿੱਚ ਹਰਬਸ ਪਾ ਦਿਓ। ਹਰਬਸ ਕਹੀਆਂ, ਜਿਵੇਂ ਤੁਹਾਨੂੰ ਪਤਾ ਮੇਰੀ ਫੇਵਰੇਟ ਹਰਬ ਹੈ ਅਸ਼ਵਗੰਧਾ, ਹੈ ਨਾ। ਮੈਂ ਆਪ ਅਸ਼ਵਗੰਧਾ ਦਾ ਬਹੁਤ ਬੜਾ ਸਪੋਰਟਰ ਹਾਂ। ਦੂਜੇ ਨੰਬਰ ਤੇ ਮੇਰੀ ਫੇਵਰੇਟ ਹਰਬ ਹੈ ਮਿਲਕ ਥਿਸਲ। ਇਹ ਇੱਕ ਫੁੱਲ ਤੋਂ ਬਣੀ ਹੋਈ ਹੈ, ਇੱਕ ਪੇੜ ਦੀ ਜੜ ਤੋਂ ਬਣੀ ਹੋਈ ਹੈ। ਇਹ ਮੇਰੀ ਫੇਵਰੇਟ ਹਰਬਸ ਨੇ, ਕਿਉਂਕਿ ਹਰ ਇੱਕ ਬੰਦਾ ਲੈ ਸਕਦਾ, ਇਹਦਾ ਕੋਈ ਨੁਕਸਾਨ ਨਹੀਂ। ਤੀਜੀ ਚੀਜ਼ ਮੇਰੀ ਹਰਬਸ 'ਚ ਸਪਾਈਸ ਸਾਈਡ ਮੈਨੂੰ ਸਭ ਤੋਂ ਜ਼ਿਆਦਾ ਫੇਵਰੇਟ ਟੱਚ ਉਹ ਹੈ ਹਲਦੀ, ਲੱਕਡੋਂਗ ਹਲਦੀ, ਕਿਉਂਕਿ ਇਹ ਬਹੁਤ ਅੱਛੀ ਕੁਆਲਿਟੀ ਦੀ ਹਲਦੀ, ਇਹਦੇ 'ਚ ਬਾਕੀ ਹਲਦੀਆਂ ਨਾਲੋਂ ਜ਼ਿਆਦਾ ਕੁਰਕੁਮਿਨ ਹੈ। ਹੁਣ ਜਿਹੜੀ ਮੈਂ ਮੇਰੀ ਚਾਹ ਬਣਾਈ ਹੋਈ ਹੈ ਕਹਿਣ ਨੂੰ, ਇਹਦੇ ਉੱਪਰ ਅੱਜ ਵੀਡੀਓ ਬਣਾਈ ਹੈ, YouTube ਤੇ ਆਏਗੀ। ਇਹਦੇ 'ਚ ਹਲਦੀ ਹੈ, ਹੋਰ ਕੁਝ ਨਹੀਂ ਹੈ। ਇਹਦੇ 'ਚ ਆਰਗੈਨਿਕ ਕਰੀਮ ਹੈ, ਅਗਰ ਆਰਗੈਨਿਕ ਕਰੀਮ ਮਿਲਦੀ ਹੈ ਤਾਂ ਲੈ ਲੈਣਾ, ਵਰਨਾ ਨਹੀਂ ਲੈਣੀ, ਹੈ ਨਾ। ਤਾਂ ਮੈਂ ਚਾਹ ਦੀ ਵੀ ਰੈਸਪੀ ਦੱਸੂਗਾ, ਮਗਰ ਕੋਸ਼ਿਸ਼ ਇਹ ਕਰਨੀ ਹੈ ਕਿ ਆਪਾਂ ਅੱਛਾ ਖਾਣਾ ਹੈ। ਸਾਡੇ ਡਾਕਟਰ ਸਾਹਿਬ ਸੀ, ਉਹ ਸਾਨੂੰ ਹਮੇਸ਼ਾ ਸਲਾਹ ਦਿੰਦੇ ਸੀ, ਕਹਿੰਦੇ ਘੱਟ ਖਾਓ ਕਿ ਚੰਗਾ ਖਾਓ। ਤਾਂ ਮਹਿੰਗਾਈ ਦੀ ਟੈਨਸ਼ਨ ਤਾਂ ਹੋਏਗੀ ਜੇ ਤੁਸੀਂ ਖਾਏ ਬਹੁਤ ਰਹੇ ਹੋ। ਜੇ ਤੁਸੀਂ ਖਾਏ ਬਹੁਤ ਘੱਟ ਰਹੇ ਹੋ, ਜਿੰਨਾ ਮਰਜ਼ੀ ਮਹਿੰਗਾ ਖਾ ਲਓ, ਤੇ ਮਹਿੰਗਾ ਨਹੀਂ ਹੁੰਦਾ। ਐਕਚੁਅਲ 'ਚ ਆਰਗੈਨਿਕ ਫੂਡ ਐਕਚੁਅਲ 'ਚ ਮਹਿੰਗਾ ਨਹੀਂ ਹੈ, ਮਗਰ ਕਿਉਂਕਿ ਉਹ ਘੱਟ ਹੈ ਤਾਂ ਲੋਕੀ ਫਾਰਮਰਾਂ ਨੂੰ ਤਾਂ ਰੇਟ ਰੱਖਣਾ ਪੈਂਦਾ।
few weeks months ਜਿਵੇਂ ਜਿਵੇਂ ਚੱਲ ਰਹੇ ਹਨ, ਹੌਲੀ ਹੌਲੀ ਆਰਗੈਨਿਕ ਖਾਣਾ ਸਸਤਾ ਹੋ ਰਿਹਾ। ਸਾਡੇ ਨਾਲ ਬਹੁਤ ਲੋਕ ਜੁੜੇ ਹੋਏ ਨੇ ਜਿਹੜੇ ਆਰਗੈਨਿਕ ਫਾਰਮਰਸ ਨੂੰ ਸਪੋਰਟ ਕਰਦੇ ਆ। ਸਾਡਾ ਵੀ ਦਿਲੋਂ ਜਿੰਨਾ ਵੀ ਅਸੀਂ ਪ੍ਰੋਕਿਓਰ ਕਰਦੇ ਹਾਂ ਚੀਜ਼ਾਂ, ਸਾਡੀ ਕੋਸ਼ਿਸ਼ ਹੁੰਦੀ ਹੈ ਲੋਕਲ ਫਾਰਮਰ ਹੋਵੇ, ਜਿਹਦੇ ਕੋਲ ਉਹਦੀ ਜ਼ਮੀਨ ਦੀ ਆਪਣੀ ਉਤਪਾਦਨ ਹੋਵੇ, ਕਿਉਂਕਿ ਸਪੋਰਟ ਹੁੰਦੀ ਹੈ ਫਾਰਮਰ ਦੀ। ਹੁਣ ਕਈ ਫਾਰਮਰ ਇਹੋ ਜਿਹੇ ਹੈ, ਉਹਨਾਂ ਦਾ ਸਭ ਕੁਝ ਆਰਗੈਨਿਕ ਹੈ, ਮਗਰ ਵਿਚਾਰੇ ਕੋਲ ਪੈਸੇ ਨਹੀਂ ਹੈ ਕਿ ਫਾਰਮ ਦਾ ਆਰਗੈਨਿਕ ਸਰਟੀਫਿਕੇਟ ਲੈ ਲੈਣ। ਅਸੀਂ ਉਹਨਾਂ ਤੋਂ ਫਿਰ ਵੀ ਸਮਾਨ ਲੈ ਲੈਣਾ, ਕੋਈ ਚੱਕਰ ਨਹੀਂ ਹੈ। ਜਦੋਂ ਉਹਦੇ ਕੋਲ ਪੈਸੇ ਜਾਣਗੇ ਸਰਟੀਫਿਕੇਟ ਲੈ ਲੇਗਾ, ਜਦੋਂ ਸਰਟੀਫਿਕੇਟ ਤੁਹਾਨੂੰ ਦੱਸ ਦੇਗਾ, ਅਸੀਂ ਠੋਕ ਕੇ ਕਹਾਂਗੇ ਕਿ ਚੀਜ਼ਾਂ ਆਰਗੈਨਿਕ ਹੈ। ਬਟ ਬਾਏ ਦ ਟਾਈਮ ਸਾਨੂੰ ਪਤਾ ਹੈ ਚੀਜ਼ ਆਰਗੈਨਿਕ ਹੈ, ਹਾਂ ਉਹਦੇ ਕੋਲ ਸਰਟੀਫਿਕੇਸ਼ਨ ਨਹੀਂ ਹੈਗੀ। ਸੋ ਹਰਬਸ ਤਦੋਂ ਕੰਮ ਕਰਦੀਆਂ ਜਦੋਂ ਡਾਈਟ ਅੱਛੀ ਹੋਏ। ਕਈ ਲੋਕੀ ਹਰਬਸ ਨਾਲ ਕੰਮ ਕਰ ਲੈਂਦੇ ਆ ਕਿ ਗਲਤ ਖਾ ਰਹੇ ਆ, ਉਹ ਕਹਿੰਦੇ ਆਟੇ 'ਚ ਲੂਣ ਚੱਲ ਜਾਂਦਾ ਹੈ। ਉਹ ਮਗਰ ਇਹ ਨਹੀਂ ਹੈ ਕਿ ਤੁਸੀਂ ਸਵੇਰੇ ਹੈ ਨਾ ਤੁਸੀਂ ਪਊਆ ਲਾ ਲਿਆ ਤੇ ਰਾਤ ਨੂੰ ਤੁਸੀਂ ਅੱਧੀ ਬੋਤਲ ਪੀ ਗਏ। ਮਗਰ ਰਵਿੰਦਰ ਕਹਿੰਦਾ ਲਿਵਰ ਲਈ ਮਿਲਕ ਥੀਸਲ ਵਧੀਆ ਹੈ, ਮਿਲਕ ਥੀਸਲ ਵੀ ਖਾ ਲਾਂਗੇ ਤੇ ਅਸ਼ਵਗੰਧਾ ਵੀ ਖਾ ਲਾਂਗੇ। ਅਫਕੋਰਸ ਕੁਝ ਡੈਮੇਜ ਤਾਂ ਬਚਾਏਗਾ, ਮਗਰ ਐਸਾ ਕੰਮ ਕਰਨ ਦਾ ਫਾਇਦਾ ਕੀ ਹੈ? ਇਹ ਤਾਂ ਉਹੀ ਗੱਲ ਕਿ ਭਟੂਰੇ ਖਾਏ ਹੈ ਨਾ, ਨਾਲ 2 ਅਸ਼ਵਗੰਧਾ, ਨਾਲ 2 ਮਿਲਕ ਥੀਸਲ ਖਾ ਲਈ, ਕੁਛ ਤਾਂ ਫਾਇਦਾ ਕਰੂਗੀ, ਮਗਰ ਉਹਦਾ ਉਹ ਫਾਇਦਾ ਨਹੀਂ ਹੈ। ਜੇ ਤੁਸੀਂ ਡਾਈਟ ਚੰਗੀ ਕਰ ਲਓਗੇ ਤਾਂ ਇਹ ਚੀਜ਼ਾਂ ਦੀ ਲੋੜ ਘੱਟ ਹੈ ਤੇ ਇਹ ਜ਼ਿਆਦਾ ਲੱਗਣ ਲੱਗ ਜਾਣਗੀਆਂ। ਤੇ ਮੇਰੀ ਫੇਵਰੇਟ ਚੀਜ਼ਾਂ ਨੇ ਹਰਬਸ, ਸਪਾਈਸਿਸ। ਤੁਹਾਨੂੰ ਜਿਵੇਂ ਮੈਂ ਦੱਸਿਆ ਆਪਣਾ ਇੰਡੀਆ ਗੁਲਾਮ ਇਸ ਕਰਕੇ ਬਣਿਆ ਸੀ। ਪਹਿਲੀ ਈਸਟ ਇੰਡੀਆ ਕੰਪਨੀ ਜਿਹੜੀ ਖੁੱਲੀ ਸੀ ਇੰਡੀਆ 'ਚ, ਉਹ ਸਿਰਫ ਸਪਾਈਸਿਸ ਲੈਣ ਆਏ ਸੀਗੇ। ਉਹਨਾਂ ਕੋਲ ਸਪਾਈਸਿਸ ਨਹੀਂ ਹੈ, ਗੋਰਿਆਂ ਕੋਲ ਹਜੇ ਤੱਕ ਸਪਾਈਸਿਸ ਨਹੀਂ ਹੈ। ਉਹਨਾਂ ਕੋਲ ਪ੍ਰੀਜ਼ਰਵ ਕਰਨ ਲਈ ਚੀਜ਼ਾਂ ਲਈ ਉਹਨਾਂ ਕੋਲ ਸਪਾਈਸਿਸ ਨਹੀਂ ਹੈ। ਤੇ ਸਪਾਈਸਿਸ ਆਪਣੇ ਇੰਡੀਆ 'ਚ ਆਪਣਾ ਸਭ ਤੋਂ ਬੜਾ ਸੋਨਾ ਸਪਾਈਸਿਸ ਹੈ। ਤੇ ਤੁਹਾਨੂੰ ਸਪਾਈਸਿਸ, ਸਾਰੀਆਂ ਸਪਾਈਸਿਸ ਨੇ, ਇਹਨੂੰ ਸਪਾਈਸ ਕਹਿੰਦੇ ਆ ਇਹ, ਹੈ ਨਾ। ਇਹ ਤੁਸੀਂ ਜੋ ਮਸਾਲੇ ਕਹਿੰਦੇ ਆ ਪੰਜਾਬੀ 'ਚ ਕਹਾਂ, ਹੈ ਨਾ, ਤਾਂ ਆਪਣੇ ਮਸਾਲੇ, ਆਪਣੀ ਹਰਬਸ, ਇਹੀ ਆਪਣੀ ਮੇਨ, ਜਿਵੇਂ ਕਹਿੰਦਾ ਜਮਾ ਪੂੰਜੀ ਇੰਡੀਆ ਦੀ ਸਭ ਤੋਂ ਬੜੀ ਚੀਜ਼ ਹੈ। ਆਪਣੀ ਕੰਟਰੀ ਦਾ ਕਲਾਈਮੇਟ ਇਹੋ ਜਿਹਾ ਕਿ ਆਪਣੇ ਕੋਲ ਬਹੁਤ ਸੋਹਣੀ ਸਪਾਈਸਿਸ ਨੇ। ਜਿਹੋ ਜਿਹਾ ਅਸ਼ਵਗੰਧਾ ਇੰਡੀਆ 'ਚ ਮਿਲਦਾ, ਉਹ ਜਿਹਾ ਅਸ਼ਵਗੰਧਾ ਦੁਨੀਆ 'ਚ ਕਿਤੇ ਨਹੀਂ ਮਿਲਦਾ। ਜਿਹੀ ਜੀ ਹਲਦੀ ਆਹ ਆਪਣੇ ਕੋਲ ਇੰਡੀਆ 'ਚ ਮਿਲ ਰਹੀ ਹੈ ਨਾ, ਇਲਾਕਾ ਹੈ ਲਖਨਊ, ਇਹੀ ਜੀ ਹਲਦੀ ਨਹੀਂ ਮਿਲਦੀ ਦੁਨੀਆ 'ਚ ਕਿਤੇ, ਆਪਣੇ ਇੰਡੀਆ ਤੋਂ ਐਕਸਪੋਰਟ ਹੁੰਦੀ ਹੈ। ਜਿਹੀ ਜੀ ਚਾਹ ਇੰਡੀਆ 'ਚੋਂ ਮਿਲਦੀ ਹੈ, ਗ੍ਰੀਨ ਟੀ ਜਾਂ ਟੀ, ਉਹ ਜੀ ਕਿਤੇ ਨਹੀਂ ਮਿਲਦੀ। ਕਈ ਚੀਜ਼ਾਂ 'ਚ ਆਪਣੇ ਕੋਲ ਮਹਾਰਤ ਹੈ, ਮਾਸਟਰੀ ਹੈ ਇੰਡੀਆ ਕੋਲ। ਤਾਂ ਮੈਨੂੰ ਬੜੀ ਹੈ ਨਾ, ਮੈਨੂੰ ਲੋਕ ਕਹਿੰਦੇ ਤੁਸੀਂ ਬਾਹਰ ਰਹਿੰਦੇ ਹੋ, ਮੈਂ ਕਿਹਾ ਰਹਿਣਾ ਹੈ ਜੀ, ਮਗਰ ਮੈਂ ਇੰਡੀਆ ਨਹੀਂ ਹੈ ਤੇ ਮੇਰੇ ਕੋਲ ਰੈਜ਼ੀਡੈਂਸੀ ਵੀ ਇੰਡੀਆ ਦੀ ਹੈ। ਮੈਨੂੰ ਆਪਣਾ ਕੰਟਰੀ ਪਸੰਦ ਹੈ। ਥੋੜੀ ਗਰਮੀ ਕਦੇ ਤੰਗ ਕਰਦੀ ਹੈ, ਮਗਰ ਇੰਡੀਆ ਵਰਗਾ ਕੰਟਰੀ ਕੋਈ ਨਹੀਂ ਹੈ। ਸੋ ਸਾਡਾ ਮੂਡ ਹੈ ਤੇ ਹਮੇਸ਼ਾ ਸਾਡਾ ਕੰਮ ਤੇ ਰਿਸਰਚ ਹੀ ਹੁੰਦੀ ਹੈ ਕਿ ਚੀਜ਼, ਕੋਸ਼ਿਸ਼ ਹੈ ਇੰਡੀਆ ਤੋਂ ਹੀ ਲੱਭੀ ਜਾਏ, ਇੰਡੀਆ ਦੇ ਫਾਰਮਰ ਤੋਂ ਸੋਰਸ ਕਰੀ ਜਾਏ ਤੇ ਇੰਡੀਅਨਸ ਨੂੰ ਪੇਸ਼ ਕੀਤੀ ਜਾਵੇ। ਤਾਂ ਇਹ ਜਿੰਨੀਆਂ ਚੀਜ਼ਾਂ ਨੇ, ਹੈ ਨਾ, ਆ ਹਿਮਾਚਲ ਚੋਂ ਆਈ ਹੈ, ਇਹ ਮੇਰਾ ਫੇਵਰੇਟ ਸਬਜੈਕਟ ਹੈ। ਨੈਟਲ ਰੂਟ ਵੀ ਪਈ ਹੈ ਮੇਰੇ ਕੋਲ, ਇਹ ਨੈਟਲ ਲੀਵਸ ਨੇ, ਹੈ ਨਾ, ਆ ਰਹੇ ਨੈਟਲ ਰੂਟ, ਇਹਦਾ ਮੋਟੇ ਮੋਟੇ ਚੰਕ ਨੇ ਇਹ, ਜਿਹਦੇ ਉੱਪਰ ਇਹਨਾਂ ਪਰ ਸਭ ਤੋਂ ਉੱਪਰ ਵੀਡੀਓ ਹੋਈ ਆਪਣੀ ਰੋਜ਼ੈਲਾ ਟੀ ਆ ਗਈ, ਹੈ ਨਾ। ਇਹ ਫੀਮੇਲ ਹੈਲਥ ਲਈ ਬਹੁਤ ਵਧੀਆ ਹੈ। ਆਹ ਫੇਫੜਿਆਂ ਲਈ ਬਹੁਤ ਸ਼ਾਨਦਾਰ ਚੀਜ਼ ਹੈ ਪੈਪਰਮਿੰਟ, ਇਹ ਤਾਂ ਖੁਸ਼ਬੂ ਬਹੁਤ ਸੋਹਣੀ ਹੈ। ਇਹ ਫੀਮੇਲ ਹੈਲਥ ਲਈ ਬਹੁਤ ਸੋਹਣੀ ਚੀਜ਼ ਹੈ। ਇਹ ਰਸਬੇਰੀ ਲੀਫ ਦੇ ਉੱਪਰ ਲਿਖਿਆ ਹੀ ਹੈ ਵੂਮਨ ਵੈਲਨੈਸ ਟੀ। ਇਹ ਸਾਰੀਆਂ ਚੀਜ਼ਾਂ ਕੀ ਨੇ? ਇਹ ਇੱਕ ਤਰ੍ਹਾਂ ਦੀ ਜੜੀ ਬੂਟੀ, ਸਪਾਈਸਿਸ ਨੇ, ਪੱਤੇ ਨੇ। ਇਹ ਹਰਬਸ ਦੀ ਕੈਟਾਗਰੀ ਚ ਆਉਂਦੇ ਆ। ਹਰਬਸ ਤਦੋਂ ਕੰਮ ਕਰਦੀਆਂ ਜਦੋਂ ਡਾਈਟ ਜ਼ਿਆਦਾ ਅੱਛੀ ਹੁੰਦੀ ਹੈ। ਤਾਂ ਮੈਂ ਅੱਜ ਦਾ ਸੈਮੀਨਾਰ ਸਾਰਾ ਡਾਈਟ ਦੇ ਉੱਪਰ ਡੈਡੀਕੇਟ ਕਰਿਆ ਕਿ ਭਾਈ ਆਪਣੀ ਡਾਈਟ ਤੇ ਕੰਮ ਕਰੋ। ਜਿਹੜੀ ਚੀਜ਼ਾਂ ਇੰਨੇ ਸਾਰੇ ਲੋਕ ਕਹਿੰਦੇ ਨਹੀਂ ਖਾਣੀਆਂ ਚਾਹੀਦੀਆਂ, ਉਹ ਕਿਉਂ ਕਹਿੰਦੇ ਆ? ਦੇयर इज अ ਰਿਸਰਚ ਬਿਹਾਈਂਡ ਇਟ। ਜੇ ਤੁਸੀਂ ਸ਼ੂਗਰ ਵਾਲਾ ਖਾਣਾ ਖਾਂਦੇ ਹੋ, ਤੁਹਾਡੀ ਬੋਡੀ ਦੀ ਬਲੱਡ ਸ਼ੂਗਰ ਬਹੁਤ ਹਾਈ ਹੋ ਜਾਂਦੀ ਹੈ। ਬਲੱਡ ਸ਼ੂਗਰ ਵੱਧਦੇ ਹੀ ਸੈੱਲ ਆਪਣੇ ਆਪ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ, ਬਚਾਉਣ ਦੀ ਕੋਸ਼ਿਸ਼ ਕਰਦਾ। ਤਾਂ ਜਿਹੜੀ ਮਰਜ਼ੀ ਨਿਊਟ੍ਰੀਸ਼ਨ ਖਾ ਲਓ, ਉਹ ਸੈੱਲ 'ਚ ਜਾਏਗੀ ਨਹੀਂ। ਜੇ ਤੁਸੀਂ ਹਾਈ ਕਾਰਬੋਹਾਈਡਰੇਟ ਵਾਲਾ ਖਾ ਲਓ ਕਰੋਗੇ ਤਾਂ ਵੀ ਤੁਹਾਡੀ ਬਲੱਡ ਸ਼ੂਗਰ ਵੱਧ ਜਾਏਗੀ। ਬਲੱਡ ਸ਼ੂਗਰ ਵੱਧਦੇ ਹੀ ਬੋਡੀ ਨੂੰ ਇਨਸੂਲਿਨ ਬਣਾਉਣੀ ਪਏਗੀ। ਇਨਸੂਲਿਨ ਬਣਦੇ ਸਾਰੇ ਤੁਹਾਡਾ ਲਿਵਰ, ਜਿਹੜਾ ਸੱਜੇ ਹੱਥ ਹੋਰ ਲੱਗਿਆ ਹੋਇਆ ਫੁੱਟਬਾਲ ਦੇ ਸਾਈਜ਼ ਜਿੰਨਾ ਐਡਾ ਬੜਾ ਲਿਵਰ ਹੈ, ਉਹ ਹਿਊਮਨ ਗਰੋਥ ਹਾਰਮੋਨ, ਜਿਹੜਾ ਕਿ ਸਾਰੀ ਡਾਈਜੈਸ਼ਨ, ਉਮਰ, ਹੇਅਰ, ਨੇਲ, ਆਈਜ਼, ਇਹ ਸਭ ਦਾ ਹਾਰਮੋਨ ਹੈ। ਉਹ ਉਮਰ ਦਾ, ਏਜ ਦਾ, ਐਂਟੀ ਏਜਿੰਗ ਹਾਰਮੋਨ ਹੈ, ਉਹ ਬੰਦ ਹੋ ਜਾਂਦਾ। ਤਾਂ ਜਦ ਤੁਹਾਡੀ ਬੋਡੀ 'ਚ ਇਨਸੂਲਿਨ ਬਣਿਆ ਜਾਂ ਤੁਸੀਂ ਖਾਣਾ ਖਾਇਆ, 6 ਘੰਟੇ ਤੁਹਾਡੀ ਬੋਡੀ ਹਿਊਮਨ ਗਰੋਥ ਹਾਰਮੋਨ ਬੰਦ ਕਰ ਦਿੰਦੀ ਹੈ। ਤਾਂ ਹੀ ਮੈਂ ਫਾਸਟਿੰਗ ਦਾ ਬਹੁਤ ਦੀਵਾਨਾ ਹੈ। ਮੈਂ ਕਹਿੰਦਾ ਲੋਕਾਂ ਨੂੰ ਫਾਸਟਿੰਗ ਕਰੋ, ਘੱਟੋ ਘੱਟ, ਅਗਰ ਔਖੀ ਵੀ ਹੈ 14 ਘੰਟੇ ਡੇਲੀ ਫਾਸਟਿੰਗ ਕਰੋ। ਜਿਵੇਂ ਰਾਤ ਨੂੰ 7 ਵਜੇ ਖਾਣਾ ਖਾਇਆ, ਅਗਲੇ 14 ਘੰਟੇ ਤੁਸੀਂ ਲਿਕੁਇਡ ਤਾਂ ਲੈ ਸਕਦੇ ਹੋ, ਮਗਰ ਕੋਈ ਚੀਜ਼ ਨਹੀਂ ਖਾਣੀ। ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਲੋਕਾਂ ਨੂੰ ਸਿਹਤਮੰਦ ਕਰਨਾ। ਇਹ ਸਾਰੀ ਹਰਬਸ ਅਵੇਲੇਬਲ ਨੇ, ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਸੱਚ ਤੁਹਾਨੂੰ ਮੈਂ ਇੱਕ ਨੰਬਰ ਵੀ ਦੇਣਾ, ਸਾਡੇ ਪਟਿਆਲੇ ਦਾ ਡਿਸਟ੍ਰੀਬਿਊਟਰ ਬਣ ਗਿਆ ਸੀ ਜੀ, ਆਈ ਫੋਰਗੋਟ ਟੂ ਗਿਵ ਹਿਸ ਨੰਬਰ। ਉਹਨਾਂ ਦਾ ਨੰਬਰ ਅਗਰ ਤੁਸੀਂ ਚਾਹੁੰਦੇ ਹੋ ਨੋਟ ਕਰ ਲਓ। ਉਹਨਾਂ ਦਾ ਨੰਬਰ ਹੈ 9115723207, 91157 23207, 9115723207। ਇਹ ਸਾਡੇ ਪਟਿਆਲੇ ਦੇ ਡਿਸਟ੍ਰੀਬਿਊਟਰ ਨੇ। ਕਈ ਲੋਕਾਂ ਨੇ ਬਾਹਰ ਜਾਣਾ ਹੁੰਦਾ, ਉਹ ਇਹਨਾਂ ਤੋਂ ਸਮਾਨ ਚੱਕ ਕੇ ਲਿਜਾ ਸਕਦੇ ਨੇ। ਜਿਹੜੇ ਪਟਿਆਲੇ ਦੇ ਲਾਗੇ ਤੱਕ ਇਹਨਾਂ ਕੋਲ ਆ ਕੇ ਸਮਾਨ ਲੈ ਸਕਦੇ ਆ। ਇਹ ਸਾਡੇ ਪਟਿਆਲੇ ਡਿਸਟ੍ਰੀਬਿਊਟਰ ਹੈ। ਸਾਡੇ ਲੁਧਿਆਣੇ ਦੇ ਡਿਸਟ੍ਰੀਬਿਊਟਰ ਦਾ ਨੰਬਰ ਮੈਂ ਲਾਸਟ ਦਿੱਤਾ ਸੀ ਸੈਮੀਨਾਰ 'ਚ। ਅਗਰ ਤੁਸੀਂ ਲੁਧਿਆਣੇ ਦੇ ਲਾਗੇ ਤੱਕ ਗਏ ਹੋ ਤਾਂ ਲੁਧਿਆਣੇ ਦਾ ਨੰਬਰ ਵੀ ਹੈਗਾ ਸਾਡੇ ਕੋਲ, ਉਹ ਵੀ ਲੈ ਸਕਦੇ ਹੋ। ਤੇ ਕੋਸ਼ਿਸ਼ ਸਾਡੀ ਇਹ ਹੈ ਕਿ ਚੀਜ਼ਾਂ ਬਹੁਤ ਸੋਹਣੀਆਂ ਕੁਆਲਿਟੀ ਦੀਆਂ, ਇੰਡੀਅਨ ਨਹੀਂ, ਲੋਕਲੀ ਫਾਰਮਰ ਤੋਂ
ਸੋਰਸ ਕਰਕੇ ਬਹੁਤ ਅੱਛੇ ਪ੍ਰਾਈਸ ਤੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਏ। ਆਫ ਕੋਰਸ ਬੜੀ ਚੀਜ਼ਾਂ ਵਿੱਚ ਆਇਆ ਨਹੀਂ ਹੈ, ਹੁਣ ਕਹਿੰਦੇ ਪੈਟਰੋਲੀਅਮ ਨਹੀਂ ਆ ਰਿਹਾ ਤਾਂ ਡੱਬੀਆਂ ਆਣੀਆਂ ਬੰਦ ਹੋ ਗਈਆਂ ਸੀ ਪਿੱਛੇ ਜੇ, ਤਾਂ ਕਈ ਚੀਜ਼ਾਂ ਥੋੜੀ ਸਲੋ ਵੀ ਹੋਈਆਂ। ਉਹ ਵਿਚਾਰੀ ਕੁੜੀਆਂ ਨੂੰ ਥੋੜਾ ਸਾਹ ਦੇ ਦਿਆ ਕਰੋ, ਉਹ ਮੈਨੂੰ ਵਿਚਾਰੀਆਂ ਹਰ ਰੋਜ਼ ਕਹਿੰਦੀਆਂ ਨੇ, ਲੋਕੀ ਬਹੁਤ ਕੰਪਲੇਂਟ ਕਰਦੇ ਆ। ਤਾਂ ਸਾਡਾ ਕੰਮ ਨਵਾਂ ਹੈ, ਅਸੀਂ ਸਿੱਖ ਰਹੇ ਹਾਂ। ਉਹ ਦੋਨੋਂ ਕੁੜੀਆਂ ਤਾਂ ਤੁਹਾਨੂੰ ਸਿਰਫ ਕੰਪਨੀ ਨਾਲ ਜੋੜਦੀਆਂ ਨੇ, ਤਾਂ ਉਹਨਾਂ ਨੂੰ ਬੁਰਾ ਭਲਾ ਨਹੀਂ ਬੋਲਣਾ ਪਲੀਜ਼, ਮੇਰੀ ਰਿਕੁਐਸਟ ਹੈ ਨਾ। ਉਹ ਤੁਹਾਡੀ ਮਦਦ ਕਰਨ ਲਈ ਹੈ ਕਿ ਤਾਂ ਕਿ ਤੁਹਾਨੂੰ ਚੰਗੀਆਂ ਚੀਜ਼ਾਂ ਮਿਲ ਜਾਣ, ਬਹੁਤ ਵਧੀਆ ਰੇਟ ਤੇ ਮਿਲ ਜਾਣ। ਜਿਵੇਂ ਹੁਣ ਕੱਲ ਮੈਨੇ ਕੋਕੋਨਟ ਆਇਲ ਤੇ ਗੱਲ ਕਰਤੀ, ਮਗਰ ਵੀਡੀਓ 'ਚ ਮੈਨੇ ਕਿਹਾ ਸੀ ਕਿ ਕੋਕੋਨਟ ਆਇਲ ਨੂੰ ਡਿਸਪੈਚ ਹੋਣ ਨੂੰ 4 ਦਿਨ ਲੱਗਣਗੇ। ਡਿਸਪੈਚ ਹੋਣ ਤੋਂ ਬਾਅਦ, ਮਤਲਬ ਨਿਕਲਣ ਤੋਂ ਕੰਪਨੀ ਤੋਂ ਬਾਅਦ 5 ਦਿਨ ਲੱਗਦੇ ਤੁਹਾਨੂੰ ਪਹੁੰਚਣ 'ਚ। ਤਾਂ ਪ੍ਰੀ ਆਰਡਰ ਕਰਕੇ ਰੱਖ ਲਓ, ਮਗਰ ਧੱਕਾ ਨਹੀਂ ਕਰਨਾ। ਉਧਰ ਸਾਡੇ ਲੁਧਿਆਣੇ ਡਿਸਟਰੀਬਿਊਟਰ ਨਾਲ ਲੋਕੀ ਲੜ ਪਏ, ਕੋਕੋਨਟ ਆਇਲ ਨਹੀਂ ਹੈ। ਉਹ ਮੈਂ ਕਿਹਾ ਮਹਾਰਾਜ ਵੀਡੀਓ 'ਚ ਦੇਖੋ, ਸੀ ਕਿਹਾ ਕੀ ਮੈਨੇ ਕਿ 4 ਦਿਨ ਦਾ ਟਾਈਮ ਸਾਨੂੰ ਚਾਹੀਦਾ ਉਹਨੂੰ ਬੋਤਲ 'ਚ ਪਾ ਕੇ ਸ਼ਿਪ ਕਰਨ ਲਈ, ਫਿਰ ਤੁਹਾਡੇ ਕੋਲ ਪਹੁੰਚਣ 'ਚ ਵੀ ਉਹਨੂੰ 4-5 ਦਿਨ 7 ਦਿਨ ਲੱਗਦੇ ਆ। ਸੋ ਥੋੜਾ ਧਿਆਨ ਰੱਖਣਾ ਪਲੀਜ਼, ਬੱਚਿਆਂ ਨੂੰ ਤੰਗ ਨਹੀਂ ਕਰਨਾ ਸਾਡਿਆਂ ਨੂੰ, ਠੀਕ ਹੈ। ਤਾਂ ਅਗਰ ਤੁਸੀਂ ਕਹੋ ਸਿੰਪਲ ਡਾਈਟ ਕਿਵੇਂ ਚਾਹੀਦੀ ਹੈ, ਮੈਨੂੰ ਬੜੇ ਲੋਕ ਕਹਿੰਦੇ ਡਾਈਟ ਕਿਵੇਂ ਚਾਹੀਦੀ ਹੈ। ਮੈਂ ਕਹਿੰਦਾ ਹਰ ਇੱਕ ਬੰਦੇ ਦੀ ਬੋਡੀ ਦੇ ਹਿਸਾਬ ਨਾਲ ਡਾਈਟ ਹੁੰਦੀ ਹੈ। ਕਿਹਨੂੰ ਕਿੰਨਾ ਪ੍ਰੋਟੀਨ ਚਾਹੀਦਾ, ਕਿਹਨੂੰ ਕਿਹੜੀ ਸਬਜ਼ੀ ਖਾਣੀ ਚਾਹੀਦੀ ਹੈ, ਕਿਹਨੂੰ ਕਿਹੜੀ ਸਬਜ਼ੀ ਨਹੀਂ ਖਾਣੀ ਚਾਹੀਦੀ। ਹੁਣ ਲੇਕਿ ਥਾਇਰਾਇਡ ਦੇ ਜਿਹੜੇ ਪੇਸ਼ੈਂਟ ਨੇ, ਉਹਨਾਂ ਨੂੰ ਤੁਸੀਂ ਗੋਭੀ, ਪੱਤਾ ਗੋਭੀ, ਬਰੋਕਲੀ ਖਿਲਾ ਨਹੀਂ ਸਕਦੇ, ਉਹਨਾਂ ਨੂੰ ਡਾਕਟਰ ਨੇ ਮਨਾ ਕਰੀ ਹੈ। ਹੁਣ ਜਿਹਨੂੰ ਕਿਡਨੀ ਸਟੋਨ ਬਣਦਾ, ਉਹਨੂੰ ਟਮਾਟਰ ਹੈ ਨਾ, ਉਹਨੂੰ ਪਾਲਕ ਤੋਂ ਦੂਰ ਰਹਿਣ ਨੂੰ ਕਿਹਾ ਜਾਂਦਾ। ਐਵੇਂ ਹਰ ਇੱਕ ਬੋਡੀ ਹੈ। ਹੁਣ ਜਿਹਦਾ ਲਿਵਰ ਫੈਟੀ ਹੈ, ਸਾਨੂੰ ਪਤਾ ਹੈ ਉਹਨੂੰ ਕਿੰਨਾ ਪ੍ਰੋਟੀਨ ਦੇਣਾ, ਉਹਨੂੰ ਕਿੰਨਾ ਫੈਟ ਦੇਣਾ, ਤੇ ਉਹਨੂੰ ਕਿਹੜੀ ਸਬਜ਼ੀ ਖਾਣੀ ਹੈ। ਜਿਹਨੂੰ ਪੀਸੀਓਡੀ ਪੀਸੀਓਐਸ ਹੈ, ਜਿਹਦਾ ਮਹੀਨੇ ਆਉਂਦਾ ਹੀ ਨਹੀਂ, ਜਾਂ ਆਉਂਦਾ ਤਾਂ ਬਹੁਤ ਦੇਰ ਚੱਲੀ ਜਾਂਦਾ ਕੁੜੀ ਦਾ, ਉਹਦੀ ਡਾਈਟ ਉਸ ਹਿਸਾਬ ਨਾਲ ਬਣਦੀ ਹੈ। ਸਾਡੇ ਕੋਲ ਮਹਾਰਤ ਹੈ ਇਸ ਚੀਜ਼ਾਂ ਤੇ, ਕਿਉਂਕਿ ਅਸੀਂ 7000 ਲੋਕਾਂ ਨਾਲ ਇਹਨੂੰ ਕਹਿੰਦੇ ਪ੍ਰੈਕਟਿਸ ਕਰ ਲਈ। ਮਗਰ ਪ੍ਰੈਕਟਿਸ ਕੀ ਹੈ, ਦਵਾਈਆਂ ਨਾਲ ਨਹੀਂ ਕਰੀ, ਸਿਰਫ ਖਾਣੇ ਨਾਲ, ਤੇ ਉਹਨਾਂ ਤੋਂ ਡੇਟਾ ਲਿਆ ਕਿ ਇਹ ਖਾ ਕੇ ਕਿਵੇਂ ਹੋਇਆ। 15 ਦਿਨ ਐਵੇਂ ਡਾਈਟ ਕਰੀ ਸੀ, ਉਸ ਤੋਂ ਬਾਅਦ ਕੀ ਚੇਂਜ ਹੋਇਆ। ਬਹੁਤ ਬੱਚੀਆਂ ਨੇ ਜਿਨ੍ਹਾਂ ਨੂੰ ਪੀਰੀਅਡ ਜਾਂ ਤਾਂ ਆਈਏ ਜਾਂਦਾ ਸੀ ਜਾਂ ਆਉਂਦਾ ਨਹੀਂ ਸੀ, ਬਿਲਕੁਲ ਨਾਰਮਲ ਹੋ ਗਈਆਂ। ਮੇਰੇ ਵਾਈਫ ਮਹਾਰਤ ਰੱਖਦੇ ਨੇ ਇਸ ਚੀਜ਼ 'ਚ। ਤਾਂ ਸਾਡਾ ਮਕਸਦ ਹੈ ਲੋਕਾਂ ਨੂੰ ਦਵਾਈਆਂ ਤੋਂ ਬਚਾਉਣਾ। ਮੇਰਾ ਅਗਰ ਕੋਈ ਮਿਸ਼ਨ ਪੁੱਛੇ ਪਰਪਸ ਕੀ ਹੈ, ਲੋਕਾਂ ਤੋਂ ਦਵਾਈਆਂ ਤੋਂ, ਸਰਜਰੀਆਂ ਤੋਂ ਬਚਾਉਣਾ। ਤੇ ਇਸ ਬਚਣਾ ਬਹੁਤ ਆਸਾਨ ਹੈ, ਸਿਰਫ ਇੱਕ ਚੀਜ਼ ਨਾਲ, ਲਾਈਫ ਸਟਾਈਲ ਚੇਂਜ, ਜ਼ਿੰਦਗੀ ਜੀਣ ਦਾ ਤਰੀਕਾ ਚੇਂਜ ਕਰਨਾ ਹੈ। ਮੇਰਾ ਸਾਰਾ ਕੰਮ ਜ਼ਿੰਦਗੀ ਜੀਣ ਦਾ ਤਰੀਕਾ ਚੇਂਜ ਕਰਨ ਦੇ ਉੱਪਰ ਹੈ। ਅਗਰ ਤੁਸੀਂ ਖਾਣੇ ਪੀਣੇ ਦੇ ਨਾ ਤੇ ਸਟ੍ਰੈਸ ਦੇ ਪੱਖੋਂ ਆਪਣੀ ਜ਼ਿੰਦਗੀ ਨੂੰ ਥੋੜਾ ਡਿਫਰੈਂਟ ਕਰ ਲਓ, ਚੇਂਜ ਕਰ ਲਓ, ਬਹੁਤ ਸੋਹਣਾ ਰਿਜ਼ਲਟ ਮਿਲਦਾ, ਬੋਡੀ ਤੰਦਰੁਸਤ ਹੋ ਜਾਂਦੀ ਹੈ, ਬਿਮਾਰੀਆਂ ਦਵਾਈਆਂ ਦੀ ਲੋੜ ਨਹੀਂ ਪੈਂਦੀ। ਹਰ ਇੱਕ ਡਾਕਟਰ ਇਹ ਚਾਹੇਗਾ ਕਿ ਤੁਸੀਂ ਤੰਦਰੁਸਤ ਹੋ ਜਾਓ, ਮਗਰ ਤੁਸੀਂ ਆਪ ਹੀ ਡਾਕਟਰ ਕੋਲ ਜਾਂਦੇ ਹੋ, ਉਹਦੀ ਗਲਤੀ ਨਹੀਂ ਹੈ। ਲਾਈਫ ਸਟਾਈਲ ਠੀਕ ਕਰੋਗੇ ਤਾਂ ਡਾਕਟਰ ਦੀ ਲੋੜ ਨਹੀਂ ਪਏਗੀ, ਤੇ ਡਾਕਟਰ ਸਾਹਿਬ ਖੁਸ਼ ਹੋਣਗੇ। ਉਹਨੂੰ ਗੋਲੀ ਖਵਾ ਕੇ ਕੋਈ ਮਜ਼ਾ ਨਹੀਂ ਆਉਂਦਾ। ਮਗਰ ਲੋਕੀ ਕਹਿੰਦੇ ਨਾ ਜੀ ਨਾ, ਅਸੀਂ ਖਾਣਾ ਬਿਲਕੁਲ ਗਲਤ ਹੈ, ਸਾਨੂੰ ਗੋਲੀ ਦੱਸੋ ਕਿਹੜੀ ਚੱਲ ਜੇ। ਫਿਰ ਮੈਂ ਕਹਿੰਦਾ ਤੁਸੀਂ ਮੇਰੇ ਵਾਲੇ, ਸਾਡੇ ਵਾਲੇ ਸੋਚ ਨਹੀਂ ਹੈਗੇ, ਤੁਹਾਡਾ ਵੇ ਆਫ ਥਿੰਕਿੰਗ ਬਹੁਤ ਗਲਤ ਹੈ। ਤਾਂ ਜਿਹੜੇ ਲੋਕ ਮੇਰੇ ਨਾਲ ਜੁੜਦੇ ਨੇ, ਉਹਨਾਂ ਦਾ ਸੋਚਣ ਦਾ ਤਰੀਕਾ ਹੈ, ਇਹਨੂੰ ਕਹਿੰਦੇ ਆਲਟਰਨੇਟ ਵੇਜ਼, ਕੋਈ ਦੂਸਰੇ ਤਰੀਕੇ ਅਦਰ ਦੈਨ ਦਵਾਈਆਂ ਸਰਜਰੀਆਂ ਤੋਂ। ਤੇ ਉਹ ਸਿੰਪਲ ਜਿਹੇ ਤਰੀਕੇ ਨੇ, ਉਹ ਆਪਣੇ ਆਯੁਰਵੇਦ ਕੋਲ ਸੀਗੇ, ਉਹ ਆਪਣੇ ਇੰਡੀਅਨ ਸਾਇੰਸ ਆਟੋਮੈਟਿਕ ਸੀਗੀ, ਉਹ ਹੈਗੀ ਹੈ ਸਿਰਫ ਖਾਣਾ ਤੇ ਜੜੀ ਬੂਟੀਆਂ। ਠੀਕ ਹੈ ਜੀ, ਤਾਂ ਮੈਂ ਕੁਝ ਕੁਐਸਚਨਸ ਲਾਉਂਗਾ, ਜੇ ਕੋਈ ਬੰਦਾ ਕੁਐਸਚਨ ਪੁੱਛਣਾ ਚਾਹੁੰਦਾ ਪਲੀਜ਼ ਹੱਥ ਖੜਾ ਕਰੋ, ਫਿਰ ਮੈਂ ਤੁਹਾਨੂੰ ਅਨਮਿਊਟ ਕਰਨ ਨੂੰ ਕਹੂੰਗਾ, ਫਿਰ ਆਪਾਂ ਕੁਐਸਚਨਸ ਲਵਾਂਗੇ, ਦੈਨ ਵੀ ਕੰਟੀਨਿਊ ਸੈਮੀਨਾਰ। ਜੇ ਕਿਸੇ ਨੇ ਕੁਐਸਚਨ ਪੁੱਛਣਾ ਪਲੀਜ਼ ਹੱਥ ਖੜਾ ਕਰੋ ਆਪਣਾ। ਇਹ ਜ਼ੂਮ 'ਚ ਇੱਕ ਆਪਸ਼ਨ ਹੈ ਜਿਸ ਤੁਸੀਂ ਆਪਣਾ ਹੱਥ ਖੜਾ ਕਰ ਸਕਦੇ ਹੋ। ਠੀਕ ਹੈ ਜੀ, ਮੈਮ ਕਰੋ ਜੀ, ਇਹ ਨਾਮ ਕੀ ਨਾਮ ਹੈ, ਅਮਨਦੀਪ ਸਾਈਫੋਨ, ਪਲੀਜ਼ ਅਨਮਿਊਟ ਕਰੋ ਜੀ ਤੇ ਬੋਲੋ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਇੱਦਾਂ ਪੁੱਛਣਾ ਸੀ, ਮੈਂ ਨਾ ਅਸ਼ਵਗੰਧਾ ਲੈ ਕੇ ਆਇਆ ਸੀਗਾ ਹੁਣੀ। ਸਰ ਇੱਕ ਜੀ, ਸੌਰੀ ਤੁਹਾਡਾ ਨਾਮ ਨਹੀਂ ਲਿਆ ਮੈਨੇ, ਤੁਸੀਂ ਨਹੀਂ ਬੋਲ ਰਹੇ ਹਜੇ। ਆਈ ਡੋਂਟ ਲਾਈਕ ਇਟ। ਜਿਹਨੂੰ ਮੈਨੇ ਕਿਹਾ ਅਮਨਦੀਪ ਕੌਰ ਜੀ, ਅਮਨਦੀਪ ਆਈਫੋਨ। ਓ ਸੌਰੀ, ਅਮਨਦੀਪ ਸਾਈਫੋਨ। ਹੈਲੋ, ਹਾਂਜੀ ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਨਾ ਅਸ਼ਵਗੰਧਾ ਲੈ ਕੇ ਆਇਆ ਸੀਗਾ ਜੀ, ਤੇ ਅਸ਼ਵਗੰਧਾ ਦਾ ਮੈਨੂੰ ਕਿਹਾ ਸੀਗਾ 1/4 ਸਪੂਨ ਲੈਣਾ ਅਰਲੀ ਮਾਰਨਿੰਗ, ਤੇ ਉਹਦੇ ਨਾਲ ਮੇਰੇ ਕੀ ਇਹ ਕਿੱਥੋਂ ਲੈ ਕੇ ਆਂਦਾ? ਮਤਲਬ ਸਾਡੇ ਆਪਣੇ ਇੱਥੇ ਲੋਕਲ ਸਟੋਰ ਆ ਜੀ, ਮਤਲਬ ਕਾਫੀ ਮਤਲਬ ਆਯੁਰਵੈਦਿਕ ਆਰਗੈਨਿਕ ਹੈ ਇਹ। ਨਹੀਂ ਮੈਨੂੰ ਦੱਸੋ, ਐਕਸਟ੍ਰੈਕਟ ਹੈ ਕਿ ਅਸ਼ਵਗੰਧਾ ਦਾ ਪਾਊਡਰ ਹੈ? ਮੈਨੂੰ ਨਹੀਂ ਪਤਾ ਕੀ ਚੀਜ਼ ਹੈ। ਅਸੀਂ ਅਸ਼ਵਗੰਧਾ ਐਕਸਟ੍ਰੈਕਟ ਦਿੰਦੇ ਹਾਂ, ਕਿਉਂਕਿ ਇਹ ਅਸ਼ਵਗੰਧਾ ਐਕਸਟ੍ਰੈਕਟ ਚਾਹੀਦਾ। ਇੱਕ ਹੁੰਦਾ ਰੂਟ ਦਾ ਇਕੱਲਾ ਪਾਊਡਰ, ਕਿ ਪੂਰੀ ਜੜ ਲਈ ਉਹਨੂੰ ਬਰਾਦਾ ਬਣਾਤਾ। ਹੁਣ ਉਹਦੀ ਪੋਟੈਂਸੀ ਕਿੰਨੀ ਹੈ ਮੈਨੂੰ ਨਹੀਂ ਪਤਾ, ਤੁਹਾਨੂੰ ਇਹਦੀ ਪੋਟੈਂਸੀ ਪਤਾ ਹੈ। ਇਹ ਬੜਾ ਚੱਕਰ ਹੈ ਜੀ ਇਹ। ਇਫ ਆਈ ਵਰ ਯੂ, ਮੈਂ ਅੱਧਾ ਚਮਚ ਖਾਣਾ ਸ਼ੁਰੂ ਕਰੂੰਗਾ, ਦੇਖੋ ਗੱਲ ਬਣ ਰਹੀ ਹੈ ਕਿ ਨਹੀਂ, ਵਰਨਾ ਮੈਨੂੰ 2 ਚਮਚ ਲੈਣੇ ਪੈ ਜਾਣੇ ਆ ਜੇ ਇਹ ਐਕਸਟ੍ਰੈਕਟ ਨਾ ਹੋਏ। ਠੀਕ ਹੈ ਜੀ। रूप निहार जी, रूप नारायण जी, बोलो प्लीज, अनम्यूट करो सर अपने आप। रूप नारायण जी बोलो सर।
ਹਾਂਜੀ ਹਾਂਜੀ ਰੂਪਨਾਥ ਬੋਲਦਾ ਜੀ ਸੁਨਾਮ ਤੋਂ। ਹਾਂਜੀ ਹਾਂਜੀ ਸਰ। ਹਾਂਜੀ ਸਰ ਜੀ, ਉਹ ਮੈਂ ਨਾ ਬੀਟੈਨ ਹਾਈਡਰੋਕਲੋਰਾਈਡ ਮੰਗਾਇਆ ਸੀ ਸਿੰਮੀ ਦੀਦੀ ਤੋਂ। ਹਾਂਜੀ ਹਾਂਜੀ, ਉਹ ਮੈਂ ਜਦੋਂ ਲੈ ਲੈਣਾ ਮੇਰਾ ਬੀਪੀ ਵੱਧ ਜਾਂਦਾ ਜੀ ਉਹਦੇ ਨਾਲ। ਜ਼ਿਆਦਾ ਲੈ ਰਹੇ ਹੋ ਫਿਰ ਘਟਾ ਦਿਓ। ਦੋ ਕੈਪਸੂਲ ਲੈਂਦਾ ਸੀ ਜੀ। ਇੱਕ ਇੱਕ ਕਰ ਦਿਓ, ਦਿਨ ਚ ਇੱਕ ਇੱਕ 2 ਵਾਰੀ ਲਈਓ, ਜ਼ਿਆਦਾ ਨਾ ਲਓ ਫਿਰ ਹਜੇ, ਠੀਕ ਤੁਹਾਡੀ ਹੈ ਬੋਡੀ ਨੂੰ ਅਡੈਪਟ ਹੋ ਲੈਣ ਦਿਓ। ਠੀਕ ਹੈ। ਓਕੇ ਜੀ। ਰਜਿੰਦਰਪਾਲ ਕੌਰ ਜੀ ਪਲੀਜ਼। ਹਾਂਜੀ ਸਰ, ਸਤਿ ਸ਼੍ਰੀ ਅਕਾਲ ਵਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਸਰ ਨਸਾਂ ਵਾਸਤੇ ਮੈਨੂੰ ਕੀ ਯੂਜ਼ ਕਰ ਸਕਦੀ ਹਾਂ ਮੈਂ? ਸੌਰੀ ਮੈਨੂੰ ਸਮਝ ਨਹੀਂ ਆਇਆ, ਤੁਸੀਂ ਉੱਚੀ ਬੋਲੋ ਥੋੜਾ ਜਿਹਾ। ਹਾਂਜੀ ਸਰ, ਮੈਂ ਕਿਹਾ ਮੇਰੀ ਨਾ ਲੱਤ ਵਿੱਚ ਸੱਜੀ ਚ ਜਿਵੇਂ ਨਸਾਂ ਦੀ ਪ੍ਰੋਬਲਮ ਹੈ ਮੈਨੂੰ, ਮੇਰੀ ਲੀਵਰ ਦੀ ਤੇ ਬਿਲਕੁਲ ਠੀਕ ਹੋ ਗਈ। ਵੈਰੀ ਗੁੱਡ। ਜਿਹੜਾ ਮੈਂ ਤੁਹਾਡਾ ਪੁਆਇੰਟ ਦੱਬਿਆ ਸੀ ਨਾ, ਹਾਂਜੀ ਮੇਰੀ ਬੇਟੀ ਦੀ ਵੀ ਕਾਫੀ ਠੀਕ ਹੋ ਗਈ, ਵੈਲ ਉਹਨੂੰ ਡਨ ਜੀ। ਥਾਇਰਾਇਡ ਹੈ। ਵੈਰੀ ਗੁੱਡ ਮੈਂ ਵੈਰੀ ਹੁਣ ਗੁੱਡ। ਅਸ਼ਵਗੰਧਾ ਮੰਗਾਏ ਹੋਏ ਸਮਾਨ ਮੈਡਮ ਤੋਂ, ਮੇਰੇ ਨਾ ਹਾਂਜੀ, ਤੇ ਮੈਂ ਗੂਗਲ ਪੇ ਕਰਨੀ ਉਹ ਥੋੜੀ ਹੋ ਰਹੀ ਹੈ ਮੈਨੂੰ, ਕੋਈ ਨਹੀਂ। ਤੇ ਮੈਨੂੰ ਅੱਛਾ, ਨਸਾਂ ਵਾਸਤੇ ਵੀ ਦੱਸਿਓ, ਮੇਰੀ ਨਾ ਜਿਹੜੀ ਨਸ ਦਰਦ ਹੋ ਰਹੀ ਹੈ ਸੱਜੀ ਲੱਤ ਦੀ ਨਾ। 2 ਚੀਜ਼ਾਂ ਨੀ ਤੁਹਾਨੂੰ ਬਹੁਤ ਪੇਨ ਹੋ ਮਦਦ ਰਹੀ ਮੈਨੂੰ। ਕਰਨਗੀਆਂ। ਇੱਕ ਤਾਂ ਤੁਹਾਨੂੰ ਨੈਟਲ ਅੱਛਾ ਜੀ, ਲੀਫ, ਇੱਕ ਤੁਹਾਨੂੰ ਨੈਟਲ ਰੂਟ, ਜਿਹੜੀ ਨੈਟਲ ਰੂਟ ਹੈ ਨਾ, ਦੋਨੋਂ ਚੀਜ਼ਾਂ ਨੈਟਲ ਵਾਲੀਆਂ। ਠੀਕ ਹੈ ਸਰ, ਠੀਕ ਹੈ, ਤੁਹਾਨੂੰ ਤੇ ਮੈਂ ਕੈਲਸ਼ੀਅਮ ਦੋਨੋਂ ਮੰਗਵਾ। ਮੈਗਨੀਸ਼ੀਅਮ ਚਾਹੀਦਾ। ਕੈਲਸ਼ੀਅਮ ਦੀ ਹੈਲਪ ਕਰੇਗੀ ਹਲਦੀ। ਹਲਦੀ ਲੈ ਰਹੇ ਹੋ? ਹਲਦੀ ਨਹੀਂ ਸਰ, ਹਜੇ ਮੈਂ ਉਹਨਾਂ ਤੋਂ ਮੈਡਮ ਤੋਂ ਹੀ ਮੰਗਵਾਈ ਹੋਈ ਹੈ ਸਮਾਨ, ਇਹ ਸਾਰਾ ਉਹਨਾਂ ਨੂੰ ਮੈਂ ਦੱਸਿਆ ਹੋਇਆ ਹੈ। ਅੱਛਾ ਠੀਕ ਹੈ, ਤੇ ਹਾਂਜੀ ਤੁਸੀਂ ਬੈਕ ਵਾਕ ਕਰਨੀ ਹੈ, ਹਰ ਰੋਜ਼ ਬੈਕ ਵਾਕ ਕਰਨੀ ਹੈ ਤੁਸੀਂ। ਹਾਂਜੀ, ਉਹ ਮੈਂ ਕਰਦੀ ਹਾਂ, ਖੇਤ ਨੂੰ ਜਾਂਦੀ ਨਾ, ਹਾਂਜੀ ਡੇਲੀ ਕਰਦੀ, ਬੇਟੀ ਵੀ ਕਰਦੀ ਹੈ। ਓਕੇ ਜੀ। ਉਹਦੇ ਗੋਡੇ 'ਚ ਦਰਦ ਹੁੰਦੀ ਸੀ, ਉਹ ਵੀ ਠੀਕ ਹੋ ਗਈ। ਚਲੋ ਠੀਕ, ਵੈਰੀ ਗੁੱਡ ਜੀ, ਵੈਰੀ ਗੁੱਡ, ਥੋੜੀ ਤੁਸੀਂ, ਥੈਂਕ ਯੂ ਥੈਂਕ ਯੂ। ਹਾਂਜੀ ਅਗਲਾ ਕੁਐਸਚਨ ਲੈਣੇ ਆ ਜੀ ਆਪਾਂ। ਮੈਂ ਕਹਿ ਰਿਹਾ ਤੁਹਾਨੂੰ ਅਨਮਿਊਟ ਕਰੋ ਜੀ, ਤੁਹਾਡੀ ਫੋਟੋ ਆ ਰਹੀ ਹੈ, ਮੈਨੂੰ ਤੁਹਾਡਾ ਨਾਮ ਨਹੀਂ ਆ ਰਿਹਾ, ਵੀਡੀਓ ਆ ਰਹੀ ਹੈ। I can't ਰੂਪ ਨਿਹਾਰ ਨਹੀਂ ਜੀ, ਸੌਰੀ। ਕੁਲਵਿੰਦਰ's iPhone ਪਲੀਜ਼ ਜੀ, ਪੁੱਛੋ ਕੁਐਸਚਨ। ਹਾਂਜੀ ਸਤਿ ਸ਼੍ਰੀ ਅਕਾਲ ਰਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਵਿੰਦਰ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਵੀ ਜਿਹੜਾ ਆਪਾਂ ਕੋਕੋਨਟ ਆਇਲ ਲੈਣਾ ਵਾ, ਉਹ ਸਵੇਰੇ ਨਿਰਣੀ ਕਾਲ ਜੇ, ਜਿੱਦਾਂ ਮੈਂ ਥਾਇਰਾਇਡ ਦੀ ਦਵਾਈ ਲੈਣੀ ਹੈ, ਦਵਾਈ ਪਹਿਲਾਂ ਲੈ ਕੇ ਲਵਾਂ ਕਿ ਬਾਅਦ ਵਿੱਚ ਲਵਾਂ? ਪਹਿਲਾਂ ਦਵਾਈ ਲੈਣੀ ਹੈ, 45 ਮਿੰਟ ਵੇਟ ਕਰਨਾ ਹੈ। 45 ਮਿੰਟ, ਉਹ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਚੱਲਣਾ। ਡਾਕਟਰ ਕਹਿੰਦਾ 45 ਮਿੰਟ ਵੇਟ ਕਰਨਾ, ਤਾਂ 45 ਮਿੰਟ ਵੇਟ ਕਰਨਾ ਹੈ। ਅੱਛਾ ਜੀ, ਫਿਰ ਬਾਅਦ ਚ ਕੋਕੋਨਟ ਆਇਲ ਲੈਣਾ? ਲੈ ਲੈਣਾ, ਠੀਕ ਹੈ ਜੀ। ਮੈਂ ਹੋਰ ਕੁਐਸਚਨ ਲੈਣਾ ਜੀ। ਕਰਮਜੀਤ ਜੀ ਅਨਮਿਊਟ ਕਰੋ ਪਲੀਜ਼। ਕਰਮਜੀਤ ਜੀ, ਕਰਮਜੀਤ ਜੀ, ਕੈਨ ਯੂ ਸੀ ਮੀ, ਕੈਨ ਯੂ ਹੀਅਰ ਮੀ? ਬੋਰਾ ਗਿੱਲ ਜੀ, ਬੋਹਰ ਗਿੱਲ। ਸਰ ਨਮਸਕਾਰ ਜੀ। ਨਮਸਕਾਰ ਜੀ, ਨਮਸਕਾਰ। ਕੌਣ ਬੋਲਦੇ ਹੋ ਜੀ? ਬੋੜ ਗਿੱਲ ਬੋਲ ਰਿਹਾ ਜੀ। ਹਾਂਜੀ ਬੋਲੋ ਸਰ। ਸਰ ਮੈਨੂੰ ਨਾ ਹੈਪੋਥਾਇਰਡ ਦੀ ਪ੍ਰੋਬਲਮ ਹੈ ਜੀ, ਬਟ ਮੇਰਾ weight ਹੈ ਜੀ ਘਟਦਾ, ਵੱਧਦਾ ਨਹੀਂਗਾ। ਹਾਂਜੀ ਹਾਂਜੀ, ਕਈਆਂ ਨੂੰ ਹੁੰਦਾ ਜੀ ਪੁੱਠਾ ਹੋ ਜਾਂਦਾ ਹੈ। ਇਹ ਸਪੈਸ਼ਲ ਕੇਸ ਹੈ ਜੀ, ਇਹਦਾ ਪ੍ਰੋਗਰਾਮ ਕਰਨਾ ਪੈਣਾ ਹੈ। ਇਹ ਔਖਾ ਕੇਸ ਹੈ, ਇਹਦੇ ਲਈ ਪ੍ਰੋਗਰਾਮ ਕਰਨਾ ਪੈਣਾ ਹੈ। ਠੀਕ ਹੈ ਸਰ। ਹਾਂ, ਇਹਦੇ ਲਈ ਸਾਡੇ ਹਨੀ ਕੁਮਾਰ ਗੋਇਲ ਜੀ ਨੇ, ਉਹ ਚੈਂਪੀਅਨ ਨੇ ਇਸ ਚੀਜ਼ ਦੇ, ਉਹ ਮਦਦ ਕਰਨਗੇ ਤੁਹਾਡੀ। ਠੀਕ ਹੈ ਸਰ। ਹਾਂਜੀ ਓਕੇ। ਓਕੇ। ਕਰਮਜੀਤ ਜੀ ਅਨਮਿਊਟ ਕਰੋ ਪਲੀਜ਼। ਕਰਮਜੀਤ ਜੀ, ਸੈਮਸੰਗ SMG 780F ਪਲੀਜ਼ ਅਨਮਿਊਟ ਕਰੋ ਜੀ, ਪੁੱਛੋ। ਸੈਮਸੰਗ SMG 780F ਪਲੀਜ਼ ਅਨਮਿਊਟ ਕਰੋ ਜੀ। ਹਾਂਜੀ ਨਮਸਤੇ ਜੀ ਡਾਕਟਰ ਸਾਹਿਬ। ਨਮਸਤੇ ਨਮਸਤੇ। ਡਾਕਟਰ ਹੀ ਰਵਿੰਦਰ ਸੈਣੀ, ਬਹੁਤ ਹੈ, ਥੈਂਕ ਯੂ। ਕੋਈ ਗੱਲ ਨਹੀਂ ਜੀ, ਅਸੀਂ ਡਾਕਟਰ ਹੀ ਕਵਾਂਗੇ ਤੁਹਾਨੂੰ। ਮੇਰੇ ਕੁਐਸਚਨ ਸੀ, ਮੇਰੇ ਕਾਫੀ ਕਲੋਜ਼ ਨੇ, ਉਹਨਾਂ ਦੇ ਨਾ ਲੰਗਸ ਡੈਮੇਜ ਹੋ ਗਏ ਨੇ ਕਾਫੀ ਜ਼ਿਆਦਾ, ਤਾਂ ਡਾਕਟਰ ਨੇ ਕਿਹਾ ਵੀ 20% ਹੀ ਕੰਮ ਕਰ ਰਹੇ ਨੇ, ਤਾਂ 6 ਮਹੀਨੇ ਤੋਂ ਜ਼ਿਆਦਾ ਇਹ ਨਹੀਂ ਸਰਵਾਈਵ ਕਰ ਪਾਣਗੇ। ਲੰਗਸ ਦੀ ਜਾਦੂ ਇਹਦੇ 'ਚ ਹੈ ਪਹਿਲਾ। ਦੂਜਾ, ਉਹਨਾਂ ਨੂੰ ਸਟ੍ਰੈਸ ਹੈ। ਨੈਟਲ ਲੀਵਸ ਤੇ ਨੈਟਲ ਰੂਟ, ਇਹ ਦੋਨੋਂ ਹੈਲਪ ਕਰਨਗੇ ਉਹਨਾਂ ਨੂੰ। ਅੱਛਾ ਜੀ। ਉਹਨਾਂ ਨੂੰ ਸਾਹ ਵਾਲੀ ਉਹ ਕਰਨੀ ਚਾਹੀਦੀ ਹੈ, ਯੋਗਾ ਨਹੀਂ ਹੁੰਦੀ ਸਾਹ ਵਾਲੀ, ਓਮ ਬਿਲੋਮ ਟਾਈਪ। ਪਰ ਉਹਨਾਂ ਨੂੰ ਡਾਕਟਰਾਂ ਨੇ ਨਾ 24 ਘੰਟੇ ਵਾਸਤੇ ਉਹ ਆਕਸੀਜਨ ਦੇਤੀ ਹੈ, ਉਹ ਉਹਦੇ ਬਗੈਰ ਉਹਨਾਂ ਦਾ ਸਾਈਕੋਲੋਜੀਕਲੀ ਵੀ ਉਹਨਾਂ ਨੂੰ ਇਸ਼ੂ ਪੈ ਗਿਆ, ਉਹਦੇ ਬਗੈਰ ਰਹਿੰਦੇ ਹੀ ਨਹੀਂ ਬਿਲਕੁਲ ਵੀ। ਫਿਰ ਦੇਖੋ, ਮਗਰ ਉਹਨਾਂ ਨੂੰ ਆਦਤ ਤਾਂ ਪਾਣੀ ਪੈਣੀ ਹੈ, ਉਹ ਤਾਂ ਕਰਨਾ ਹੀ ਪੈਣਾ, ਵਰਨਾ ਐਵੇਂ ਤਾਂ ਕੋਈ ਹੀਲਾ ਹੀ ਨਹੀਂ ਹੈਗਾ। ਮਤਲਬ ਮੈਂ ਇਹ ਕਹਿ ਰਹੀ ਸੀ, ਐਕਸਰਸਾਈਜ਼ ਤਾਂ ਚਲੋ ਥੋੜਾ ਔਖਾ ਕੰਮ ਹੈਗਾ ਉਹਨਾਂ ਵਾਸਤੇ, ਦਵਾਈ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ, ਕੁਝ ਫਰਕ ਪਏਗਾ ਉਹਦੇ ਨਾਲ? ਮੈਂ ਦਵਾਈ ਦੇ ਨਾਲ ਕਦੇ ਡੀਲ ਨਹੀਂ ਕਰਦਾ ਜੀ। ਮੈਂ ਦਵਾਈਆਂ ਤੇ, ਮੇਰੇ ਬਾਰੇ ਫਿਰ ਤੁਸੀਂ ਗਲਤ ਜਗ੍ਹਾ ਤੇ ਆ ਗਏ। ਮੈਂ ਦਵਾਈਆਂ 'ਚ ਨਹੀਂ ਡੀਲ ਕਰਦਾ, ਉਹ ਡਾਕਟਰ ਡੀਲ ਕਰਦੇ ਨੇ। ਅਸੀਂ ਤੁਹਾਨੂੰ ਕਹਾਂਗੇ ਪੈਪਰਮੈਂਟ ਬਹੁਤ ਵਧੀਆ, ਫੇਫੜਿਆਂ ਲਈ ਬਹੁਤ ਵਧੀਆ ਚੀਜ਼ ਹੈ।
ਹਾਂਜੀ। ਦੋਨੋਂ ਨੈਟਲ ਰੂਟ ਤੇ ਨੈਟਲ ਲੀਵਸ, ਇਹ ਦੋਨੋਂ ਬਹੁਤ ਵਧੀਆ ਨੇ, ਇਹ ਚੀਜ਼ਾਂ ਟਰਾਈ ਕਰ ਸਕਦੇ ਹੋ ਅੱਛਾ ਤੁਸੀਂ। ਜੀ, ਠੀਕ ਹੈ ਜੀ, ਥੈਂਕ ਯੂ। ਇਹ ਆਪਾਂ ਕਿੱਥੋਂ ਲੈ ਸਕਦੇ ਆ ਇਹਨਾਂ ਨੂੰ? ਇਹ ਤੁਸੀਂ ਸਿੰਮੀ ਜੀ ਨੂੰ ਮੈਸੇਜ ਕਰ ਸਕਦੇ ਹੋ, ਅੰਸ਼ੂ ਜੀ ਨੂੰ ਮੈਸੇਜ ਕਰ ਸਕਦੇ ਹੋ। ਅੰਸ਼ੂ ਜੀ ਦਾ ਨੰਬਰ ਹੈ 8595754090, 8595754090। ਸਿੰਮੀ ਜੀ ਵੀ ਸੈਮੀਨਾਰ 'ਚ ਹੈਗੇ ਨੇ ਅਸਲ 'ਚ, ਸੋ ਆਈ ਕੈਨ ਸੀ ਹਰ। ਮਗਰ ਤੁਸੀਂ ਅੱਛਾ, ਅੱਜ ਅੰਸ਼ੂ ਦੀ ਛੁੱਟੀ ਹੈ ਤਾਂ ਸਿੰਮੀ ਨੂੰ ਨੰਬਰ ਤੇ ਫੋਨ ਕਰ ਸਕਦੇ ਹੋ ਤੁਸੀਂ। ਇਹ ਤੁਸੀਂ ਅਗਰ ਪਟਿਆਲੇ ਕੋਈ ਦੇ ਗੱਲ ਨਹੀਂ, ਮੈਂ ਲਾਗੇ ਹੋ, ਉਹਨਾਂ ਨਾਲ ਹਾਂਜੀ ਜੇ ਤੁਸੀਂ ਗੱਲ ਪਟਿਆਲੇ ਕਰ ਦੇ ਲਾਂਗੇ ਲਾਗੇ ਹੋ ਫਿਰ। ਤਾਂ ਪਟਿਆਲੇ ਦੇ ਡਿਸਟ੍ਰੀਬਿਊਟਰ ਤੋਂ ਚੱਕ ਸਕਦੇ ਹੋ। ਉਹਨਾਂ ਦਾ ਨੰਬਰ ਹੈ 9157 23207, ਪਟਿਆਲੇ ਦੇ ਡਿਸਟ੍ਰੀਬਿਊਟਰ ਦਾ। 91 ਮੈਂ ਦਿੱਲੀ ਤੋਂ ਹੀ ਹੈਗੀ ਆ, ਮੈਂ ਸਿੰਮੀ ਜੀ ਨੂੰ ਹੀ ਗੱਲ ਕਰ ਲਾਂਗੀ ਫਿਰ। ਸਿੰਮੀ ਜੀ ਜਾਂ ਅੰਸ਼ੂ ਜੀ ਦਾ ਨੰਬਰ ਵੀ ਦੇ ਦਿੰਦਾ ਮੈਂ, ਉਹ ਤੁਸੀਂ ਉਹਨਾਂ ਨੂੰ ਕਹਿ ਸਕਦੇ ਹਾਂਜੀ, ਹੋ, ਉਹ ਤੁਹਾਨੂੰ ਤੁਹਾਡੇ ਘਰ ਪਹੁੰਚਦੀ ਕਰ ਦੇਣਗੇ। ਠੀਕ ਹੈ ਜੀ। ਅੰਸ਼ੂ ਜੀ ਦਾ ਨੰਬਰ ਹੈ 8595754090। ਕੰਮ ਅੰਸ਼ੂ ਜੀ ਕਰਦੇ, ਮਗਰ ਅੱਜ ਅੰਸ਼ੂ ਜੀ ਦੀ ਛੁੱਟੀ ਹੈ ਤਾਂ ਸਿੰਮੀ ਦਾ ਨੰਬਰ ਹੈ 828780 ਹਾਂਜੀ, 14166, 828780 ਠੀਕ ਹੈ ਜੀ, 14166। ਤੁਸੀਂ ਇਸ ਤੇ ਆਰਡਰ ਕਰ ਸਕਦੇ ਹੋ। ਠੀਕ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਰਮਜੀਤ ਜੀ ਪੁੱਛੋ ਕੁਐਸਚਨ, ਕੀ ਪੁੱਛਣਾ ਚਾਹੁੰਦੇ ਹੋ? ਠੀਕ ਹੈ ਜੀ, ਤਾਂ ਕੁਲਵਿੰਦਰ ਜੀ ਤੁਹਾਡਾ ਹੱਥ ਖੜਾ ਹੋਇਆ, ਦੁਬਾਰਾ ਕੁਝ ਪੁੱਛਣਾ ਚਾਹੁੰਦੇ ਹੋ? ਤੁਸੀਂ ਮੇਰੇ ਨਾਲ ਗੱਲ ਕਰਦੇ? ਨਹੀਂ ਜੀ, ਹੈ ਤੁਹਾਨੂੰ ਮੈਂ ਆਈ ਡਿਡਨਟ ਸੇ। ਕੁਲਵਿੰਦਰ ਜੀ ਹਾਂਜੀ ਹਾਂਜੀ, ਮੈਂ ਪੁੱਛਣਾ था ਜਿਹੜਾ ਆਪਣੇ ਅਮਰੀਕਾ 'ਚ ਤੁਹਾਡਾ ਡਿਸਟ੍ਰੀਬਿਊਟਰ, ਉਹਦਾ ਨੰਬਰ ਕੀ ਹੈ? ਉਹਦੇ ਕੋਲ ਹਜੇ ਸਮਾਨ ਨਹੀਂ ਪਹੁੰਚਿਆ ਜੀ, ਤਾਂ ਹੀ ਮੈਂ ਨੰਬਰ ਨਹੀਂ ਦਿੱਤਾ। ਮੈਂ ਦੇ ਦੂੰਗਾ, 5-7 ਦਿਨ ਖੜ ਜਾਓ, ਨੰਬਰ ਦੇ ਦੂੰਗਾ। ਓਕੇ ਜੀ, ਥੈਂਕ ਯੂ। ਓਕੇ ਜੀ। ਹਾਂਜੀ, ਰਾਜ ਢਿੱਲੋਂ ਜੀ, ਰਾਜਨ ਢਿੱਲੋਂ ਜੀ, ਹੁਣ ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ- taste and smell, ਕੋਈ Sorry? ਕੋਈ ਟੇਸਟ ਸਮੈਲ ਨਹੀਂ ਹੈਗੀ, Say it again, please. ਕੋਈ ਟੇਸਟ ਤੇ ਸਮੈਲ ਨਹੀਂ ਮੇਰੇ ਕੋਲ ਹੈਗੀ। no taste or smell। Okay, how long it's been? ਕਿੰਨੀ ਦੇਰ ਹੋ ਗਈ? 7 ਮਹੀਨੇ ਹੋ ਗਏ, 7 months। ਕੋਵਿਡ ਹੋਇਆ ਸੀ ਉਸ ਤੋਂ ਪਹਿਲਾਂ ਕੋਈ ਚੱਕਰ ਪਿਆ ਸੀ, ਕੋਈ ਪ੍ਰੋਬਲਮ ਨਾ ਆਈ ਸੀ? ਨਾ, ਮੇਰੇ ਸਿਰ ਦੇ ਵਿੱਚ ਸੱਟ ਲੱਗੀ ਸੀ। ਓਕੇ, ਤੁਸੀਂ ਕੁੰਜਨ Yeah. ਕਰ ਲੈਂਦੇ ਹੋ? ਜਿਹੜਾ ਪਾਣੀ ਰਿੰਸ ਕਰੀਦਾ ਆਪਣੀ ਨੇਸਲ ਨੂੰ, ਨੂਨ ਵਾਲੇ ਹਾਂ, ਪਾਣੀ ਨਾਲ nice orange। ਰਿੰਸ ਕਰੀਦਾ ਆਪਣੀ ਨੇਜ਼ਲ ਨੂੰ, ਆਂਦਾ ਤੁਹਾਨੂੰ ਕਰਨਾ ਹੋ? ਹਜੇ ਕੀਤਾ ਨਹੀਂ, ਵਾ ਕਰੂੰਗਾ। ਓਕੇ, ਤੁਸੀਂ ਸਰ ਦੇਖੋ, ਇਹ ਥੋੜੀ ਲੰਬੀ ਪ੍ਰੋਬਲਮ ਲੱਗਦੀ ਹੈ ਤਾਂ ਐ ਕਰਿਓ, ਮੇਰਾ ਨੰਬਰ ਹੈਗਾ, ਜਿਵੇਂ ਤੁਹਾਡੇ ਕੋਲ ਨੰਬਰ ਹੋਏਗਾ ਤਾਂ ਹੀ ਪਹੁੰਚਿਆ ਹੋਊਗਾ, 9888475000। ਮੈਨੂੰ WhatsApp ਤੇ ਮੈਸੇਜ ਕਰ ਦੇਣਾ, ਮੈਂ ਤੁਹਾਨੂੰ ਆਪਣੇ ਠੀਕ ਆ। ਕੋਚ ਨੂੰ ਜੋੜ ਦੂੰਗਾ, ਤੁਸੀਂ ਪ੍ਰੋਗਰਾਮ ਕਰਕੇ ਹੈਲਪ ਹੋਏਗੀ ਤੁਹਾਡੀ, ਕਿਉਂਕਿ ਇਹ ਪਰਸੈਪਸ਼ਨ ਹੈ, ਇਹਦੇ ਪਿੱਛੇ Yeah. ਇਨਸੂਲਿਨ ਕਾਰਨ ਹੋ ਸਕਦਾ ਹੈ। Yeah. ਠੀਕ ਹੈ ਜੀ, ਓਕੇ ਜੀ। Okay. ਹੋਰ ਤਾਂ ਕੋਈ ਕੁਐਸਚਨ ਹੋਵੇ ਜੀ? also ਇੱਕ ਹੋਰ ਹਰਪਾਲ ਜੀ ਪੁੱਛੋ ਪਲੀਜ਼ ਕੁਐਸਚਨ ਆਪਣਾ। ਹਰਪਾਲ ਜੀ ਅਨਮਿਊਟ ਕਰੋ, ਹਰਪਾਲ ਜੀ ਪੁੱਛੋ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਰ ਮੇਰੇ ਨਾ ਸੱਜੀ ਲੱਤ ਦੇ ਵਿੱਚ ਜਿੱਥੇ ਜੁਆਇੰਟ ਹੈਗਾ ਏ, ਇੱਥੇ ਨਾ ਕੀੜੀਆਂ ਵਾਂਗੂ ਚੱਲਦਾ, ਤੇ ਮੈਨੂੰ ਕੀ ਲੈਣਾ ਚਾਹੀਦਾ ਹੈ? ਮੈਂ ਸਲਾਹ ਕਿੱਥੇ? ਲੈਣੀ ਚਾਹੁੰਦੀ ਹਾਂ ਤੁਹਾਡੇ। ਜਿਹੜਾ ਹਿਪ ਜੁਆਇੰਟ ਹੈ, ਹਿਪ ਚੂਲੇ ਚ ਹਾਂਜੀ ਹਾਂਜੀ, ਜਿੱਦਾਂ ਕੀ- ਕੀੜੀਆਂ ਚੱਲਦੀਆਂ ਹੁੰਦੀਆਂ। ਅੱਛਾ, ਦੇਖੋ ਜਿੱਦਾਂ ਪਤਾ ਨਹੀਂ ਕੋਈ ਕੀੜੀਆਂ ਸੱਟ ਤਾਂ ਨਹੀਂ ਚੱਲਦੀਆਂ। ਲੱਗੀ ਕਦੇ, ਕੋਈ ਪੁਰਾਣੀ ਸੱਟ ਤਾਂ ਨਹੀਂ ਹੈ, ਕੋਈ ਇਹੀ ਚੀਜ਼ ਤਾਂ ਨਹੀਂ ਨਹੀਂ ਹੈ? ਨਹੀਂ, ਸੱਟ ਤਾਂ ਨਹੀਂ, ਹੁਣੇ ਮਹੀਨੇ ਤੋਂ ਮਤਲਬ ਮੈਨੂੰ ਫੀਲ ਹੋਣ ਲੱਗਿਆ। ਭਾਰ ਜ਼ਿਆਦਾ ਤੁਹਾਡਾ? ਹਾਂਜੀ, ਓਕੇ, ਮੇਰਾ ਹੈਗਾ ਸਭ 80 ਤੋਂ ਪਹਿਲਾਂ ਮੈਂ 80 ਭਾਰ kg ਹੈ। ਘਟਾਉਂਗਾ। ਮੈंने ਤੁਹਾਨੂੰ ਕੁਐਸਚਨ ਨਹੀਂ ਪੁੱਛਿਆ, ਮੈंने ਪੁੱਛਿਆ ਭਾਰ ਜ਼ਿਆਦਾ, ਬਸ। ਸਭ ਤੋਂ ਪਹਿਲਾਂ ਭਾਰ ਘਟਾਉਣਾ ਪੈਣਾ ਹੈ, ਤੁਹਾਨੂੰ ਬੈਕ ਵਾਕ ਕਰਨੀ ਪੈਣੀ ਹੈ, ਤੁਹਾਨੂੰ ਅਸ਼ਵਗੰਧਾ ਹੈਲਪ ਕਰੇਗਾ ਕਿਉਂਕਿ ਬੋਡੀ 'ਚ ਸਟ੍ਰੈਸ ਹੈ, ਤੇ ਤੁਹਾਨੂੰ ਨੈਟਲ ਰੂਟ ਜਾਂ ਨੈਟਲ ਲੀਫ ਦੋਨੋਂ ਹੈਲਪ ਕਰਨਗੇ, ਤੇ ਬੈਕ ਵਾਕ ਕਰਨੀ ਹੈ ਤੁਹਾਨੂੰ ਜਿੰਨੀ ਕਰ ਸਕਦੇ ਹੋ। ਓਕੇ ਹਾਂਜੀ, ਨੰਬਰ ਮੈਂ ਦੇਤਾ ਸੀ, ਓਕੇ ਸਰ, ਉਹ ਮੈਂ ਕਰ ਰਹੀ। ਆਰਡਰ ਪਾ ਲਿਓ ਅਗਰ ਪਾਣਾ ਹੋਇਆ। ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਸੋ ਬੇਸਿਕਲੀ ਜੀ, ਮੇਰਾ ਮਕਸਦ ਜਿਵੇਂ ਦੱਸਿਆ ਮੈਂ, ਆਪਾਂ ਹੋਰ ਕੁਐਸਚਨਸ ਨਹੀਂ ਲੈ ਰਹੇ, ਪਲੀਜ਼ ਆਪਣੇ ਨੂੰ ਮਿਊਟ ਰੱਖਣਾ। ਮੇਰਾ ਪਰਪਸ ਹੈ ਲੋਕਾਂ ਨੂੰ ਮਦਦ ਕਰਨਾ ਤੰਦਰੁਸਤ ਹੋਣ 'ਚ। ਤੰਦਰੁਸਤ ਹੋਣ ਲਈ ਖਾਣਾ ਚੇਂਜ ਕਰਨਾ ਪੈਂਦਾ ਹੈ। ਖਾਣਾ ਚੇਂਜ ਕਰਨ ਤੋਂ ਬਾਅਦ ਹਰਬਸ ਯੂਜ਼ ਕਰਦੇ ਹਾਂ ਅਸੀਂ, ਜਿਹੜੀ ਜੜੀ ਬੂਟੀਆਂ, ਜਿਹਨੂੰ ਮਸਾਲਾ ਕਹਿੰਦੇ ਆ, ਸਪਾਈਸਿਸ। ਇਹ ਚੀਜ਼ਾਂ ਸਾਡੇ ਕੋਲ ਅਵੇਲੇਬਲ ਨੇ, ਇਹ ਮੈਂ ਲੱਭੀਆਂ ਹੋਈਆਂ ਨੇ, ਇਹ ਮੈਂ ਨਹੀਂ ਵੇਚ ਰਿਹਾ, ਨਾ ਇਹ ਸਿੰਮੀ ਵੇਚ ਰਹੀ ਹੈ, ਨਾ ਇਹ ਅੰਸ਼ੁਲ ਵੇਚ ਰਹੀ ਹੈ। ਇਹ ਦੋਨੋਂ ਕੁੜੀਆਂ ਮੈਂ ਉੱਥੇ ਬਿਠਾਈਆਂ ਨੇ ਤੁਹਾਡੀ ਮਦਦ ਕਰਨ ਲਈ। ਤਾਂ ਪਲੀਜ਼ ਇਹਨਾਂ ਤੇ ਹੁੱਕਾ ਪਾਣੀ ਲੈ ਕੇ ਨਹੀਂ ਚੜ ਜਾਣਾ। ਜਿਹਨਾਂ ਤੇ ਤੁਸੀਂ ਹੁੱਕਾ ਪਾਣੀ ਲੈ ਕੇ ਚੜੋਗੇ ਤਾਂ ਮੈਂ ਬਹੁਤ ਸੋਹਣਾ ਹੁੱਕਾ ਪਾਣੀ ਲੈ ਕੇ ਚੜਨਾ ਜਾਣਦਾ। ਤਾਂ ਇੱਕ ਚੀਜ਼ ਮੈਂ ਲੋਕਾਂ ਨੂੰ ਸਿਖਾਉਣਾ, ਮੰਨਿਆ ਤੁਸੀਂ ਪੰਜਾਬੀ ਹੋ, ਮੈਨਰਸ ਜ਼ਰੂਰ ਰੱਖਣੇ ਆ। ਜੇ ਕਿਸੇ ਨਾਲ ਗੱਲ ਕਰਨੀ ਹੋ, ਪਲੀਜ਼ ਕੀਪ ਯੋਰ ਐਟੀਕੇਟਸ ਐਂਡ ਮੈਨਰਸ। ਇਹ ਜਾਣ ਕੇ ਦੱਸ ਰਿਹਾ ਮੈਂ, ਕਿਉਂਕਿ ਕੁਝ ਲੋਕਾਂ ਨੇ ਬਦਤਮੀਜ਼ੀ ਨਾਲ ਡੀਲ ਕਰਿਆ ਸਾਡੇ ਬੰਦਿਆਂ ਨੂੰ, ਵਿਚ ਆਈ ਡੋਂਟ ਲਾਈਕ ਇਟ। ਇਹ ਤੁਹਾਡੀ ਮਦਦ ਕਰਨ ਲਈ ਬੈਠੇ ਨੇ ਅਸੀਂ, ਮਗਰ ਕਿਸੇ ਦੇ ਲਈ ਕਹਿੰਦੇ, ਕਿਸ ਤੋਂ ਅਸੀਂ ਤੂੰ ਨਾ ਸੁਣੀਏ ਨਾ ਬੋਲੀਏ, ਮਗਰ ਜਿਹੜਾ ਤੂੰ ਤੜਾ ਕਰੇਗਾ ਉਹਨੂੰ ਜਵਾਬ ਜ਼ਰੂਰ ਦੇਵਾਂਗੇ, ਹੈ ਨਾ। ਮੇਰਾ ਡਿਸਕਲੇਮਰ ਹੈ ਇਹ, ਤੇ ਜਵਾਬ ਅੱਛਾ ਦੇਣਾ ਮੈਂ, ਆਈ ਨੋ ਹਾਊ ਟੂ ਗਿਵ ਐਨ ਆਂਸਰ। ਤਾਂ ਅਗਰ ਤੁਸੀਂ ਚੀਜ਼ਾਂ ਆਰਡਰ ਕਰਨੀਆਂ, ਤੁਸੀਂ ਅੰਸ਼ੂ ਜੀ ਨੂੰ, ਅੰਸ਼ੂ ਜੀ ਕੰਮ ਕਰਦੇ ਨੇ ਮੰਡੇ ਤੋਂ ਫਰਾਈਡੇ, 8595754090।
है ना, अंशु जी का नंबर है। अगर तुसी वीकेंड ते समझो अंशुल फोन नहीं चक रही ते सैटरडे ਨੂੰ ਵੀ ਤੁਸੀਂ ਚਾਹੁੰਦੇ ਹੋ ਕੋਈ ਬੰਦਾ ਸੁਣ ਲੈ ਤੁਹਾਡੀ ਗੱਲ, ਤਾਂ ਸਿੰਮੀ ਜੀ ਨੇ। ਸਿੰਮੀ ਜੀ को ਜ਼ਿਆਦਾ ਨੌਲੇਜ ਹੈ ਕੋਚਿੰਗ ਬਾਰੇ, ਮਸਟ ਨੋ ਸੀਰੀਜ਼ ਬਾਰੇ, है ना। अगर तुसी कोच ट्रेनिंग लेना चाहते हो वो चीज़ों बारे, तो सिमी का नंबर है 82870 14166 8287 14166। ਤੇ ਅਸੀਂ ਇਸ ਡਿਸਟ੍ਰੀਬਿਊਟਰ ਲੱਭ ਰਹੇ ਹਾਂ ਡਿਫਰੈਂਟ ਕੰਟਰੀਜ਼ 'ਚ। ਜੇ ਤੁਸੀਂ ਡਿਸਟ੍ਰੀਬਿਊਟਰ ਬਣਨਾ ਚਾਹੁੰਦੇ ਹੋ ਤਾਂ ਸਿੰਮੀ ਜੀ ਨੂੰ ਜ਼ਰੂਰ ਮੈਸੇਜ ਕਰਨਾ, ਲਿਖਣਾ ਡਿਸਟ੍ਰੀਬਿਊਟਰ, ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦੇਣਗੇ ਕੀ ਚਾਹੀਦਾ ਕੀ ਨਹੀਂ। ਤੇ ਜਿਹੜੀ ਮਸਟ ਨੋ ਸੀਰੀਜ਼ ਹੈ ਜਿਹਦੇ ਪਿੱਛੇ ਮੈंने ਬਹੁਤ ਗੱਲਾਂ ਕਰੀਆਂ ਨੇ, ਉਹ ਇੱਕ ਸੀਰੀਜ਼ ਹੈ ਜਿਸ ਵਿੱਚ ਛੋਟੀ ਛੋਟੀ ਵੀਡੀਓਜ਼ ਬਣਾਈਆਂ ਨੇ, ਟੂ ਦ ਪੁਆਇੰਟ ਵੀਡੀਓ। ਉਸ 'ਚ ਮੈਂ ਇਕੱਲਾ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਇੱਕ ਬੰਦੇ ਨੂੰ ਜਨਰਲੀ ਹੈਲਦੀ ਰਹਿਣ ਲਈ ਕੀ ਕਰਨਾ ਚਾਹੀਦਾ ਹੈ। ਠੀਕ ਹੈ ਜੀ। ਆਈਫੋਨ ਮੋਗਾ ਪੁੱਛੋ ਜੀ ਕੁਐਸਚਨ, ਤੁਹਾਡਾ ਹੱਥ ਖੜਾ ਹੈ ਜੀ। ਠੀਕ ਹੈ ਜੀ, ਅਗਰ ਇਹਨਾਂ ਨਹੀਂ ਸੁਣੇ ਤਾਂ ਨੋ ਪ੍ਰੋਬਲਮ। ਤਾਂ ਆਪਾਂ ਕਰ ਕੀ ਰਹੇ ਹਾਂ, ਆਪਾਂ ਲੋਕਾਂ ਨੂੰ ਹੈਲਦੀ ਕਰਨਾ ਚਾਹੁੰਦੇ ਹਾਂ, ਅਸੀਂ ਲੋਕਾਂ ਨੂੰ ਤੰਦਰੁਸਤ ਕਰਨਾ ਚਾਹੁੰਦੇ ਹਾਂ ਸਿਰਫ ਘਰ ਦੇ ਖਾਣੇ ਨਾਲ। ਅਸੀਂ ਦਵਾਈਆਂ 'ਚ ਬਿਲੀਵ ਨਹੀਂ ਕਰਦੇ, ਅਸੀਂ ਸਰਜਰੀ 'ਚ ਬਿਲੀਵ ਨਹੀਂ ਕਰਦੇ। ਅਸੀਂ ਸੋਚਦੇ ਕਿ ਬੰਦੇ ਨੂੰ ਸਿਹਤਮੰਦ ਕਰ ਦਈਏ ਸਿਰਫ ਫੂਡ ਨਾਲ, ਉਹ ਵੀ ਸਪਾਈਸਿਸ ਫੂਡ ਤੇ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਕਿਹੜੀ? ਹਰਬਸ। ਤਾਂ ਅੱਛੀ ਅੱਛੀ ਚੀਜ਼ਾਂ ਤੇ ਰਿਸਰਚ ਕਰਦੇ ਹਾਂ, ਬੜੀ ਸੋਹਣੀ ਚੀਜ਼ਾਂ ਲੱਭਦੇ ਹਾਂ, ਉਹ ਜਿਉਂ-ਜਿਉਂ ਚੀਜ਼ਾਂ ਆਉਂਦੀਆਂ ਅਸੀਂ ਲਾਂਚ ਕਰਦੇ ਹਾਂ। ਤਾਂ ਪਲੀਜ਼ ਥੋੜਾ ਧਿਆਨ ਰੱਖਿਓ ਕਿ ਤੁਸੀਂ ਆਰਡਰ ਦੇਤਾ, ਇਹ ਐਮਾਜ਼ੋਨ ਨਹੀਂ ਹੈ ਜਿੱਥੇ ਤੁਸੀਂ ਕਲਿੱਕ ਕਰਤਾ ਤੇ ਅਗਲੇ ਦਿਨ ਜਾਂ ਤੀਜੇ ਦਿਨ ਚੀਜ਼ ਪਹੁੰਚ ਗਈ। ਸਾਡੀ ਟੀਮ ਹਜੇ ਨਵੀਂ ਹੈ, ਸਾਡੇ ਕੋਲ ਇੰਨਾ ਕੁ ਆਰਡਰ ਆ ਗਿਆ, ਜਿਹੜੀ ਦੋਨੋਂ ਟੀਮਾਂ ਦੱਸਦੀਆਂ ਮੈਨੂੰ, ਉਹ ਵਿਚਾਰੇ ਕਹਿੰਦੇ ਕਿ ਤੰਗ ਹੈ, ਹਜੇ ਹੌਲੀ ਹੌਲੀ ਆਪਣੇ ਆਪ ਨੂੰ ਆਰਗੇਨਾਈਜ਼ ਕਰ ਰਹੇ ਕਿ ਚੀਜ਼ਾਂ ਲੋਕਾਂ ਨੂੰ ਟਾਈਮ ਤੇ ਪਹੁੰਚ ਜਾਣ। ਅਸੀਂ ਬਾਹਰ ਵੀ ਚੀਜ਼ਾਂ ਭੇਜਣੀਆਂ ਸ਼ੁਰੂ ਕਰਤੀਆਂ, ਤਾਂ ਹੀ ਅਸੀਂ ਬਾਹਰ ਡਿਸਟ੍ਰੀਬਿਊਟਰ ਲੱਭ ਰਹੇ ਹਾਂ। ਅਮਰੀਕਾ ਕੈਨੇਡਾ 'ਚ ਡਿਸਟ੍ਰੀਬਿਊਟਰ ਬਣ ਰਹੇ ਨੇ, ਉਹਨਾਂ ਕੋਲ ਸਮਾਨ ਪਹੁੰਚ ਰਿਹਾ, ਮਗਰ ਨਿਊਜ਼ੀਲੈਂਡ ਆਸਟ੍ਰੇਲੀਆ ਇੱਥੇ ਮੈਂ ਡਿਸਟ੍ਰੀਬਿਊਟਰ ਲੱਭ ਰਿਹਾ, ਹਜੇ ਵੀ ਇੱਥੇ ਕਿਸੇ ਨਾਲ ਗੱਲ ਨਹੀਂ ਬਣੀ। ਸੇਮ ਯੂਕੇ 'ਚ ਇੱਕ ਡਿਸਟ੍ਰੀਬਿਊਟਰ ਬਣ ਗਿਆ, ਮਗਰ ਯੂਕੇ ਬਹੁਤ ਬੜਾ ਹੈ। ਇੰਗਲੈਂਡ 'ਚ ਮਿਡਲੈਂਡਸ 'ਚ ਬਰਮਿੰਗਮ ਕੋਲ ਡਿਸਟ੍ਰੀਬਿਊਟਰ ਬਣਿਆ, ਉਹਦੇ ਕੋਲ ਸਮਾਨ ਪਹੁੰਚੂਗਾ। ਬਟ ਅਸੀਂ ਚਾਹੁੰਦੇ ਹਾਂ ਹੋਰ ਡਿਸਟ੍ਰੀਬਿਊਟਰ ਬਣਨ, ਕਿਉਂਕਿ ਲੋਕਾਂ ਕੋਲ ਸਮਾਨ ਪਹੁੰਚਦਾ ਆਸਾਨੀ ਨਾ ਹੋ ਜੇ, ਸਾਡੀ ਸਿਰਦਰਦੀ ਘਟਦੀ ਹੈ। ਇੱਕੋ ਬੰਦੇ ਕੋਲ ਸਮਾਨ ਭੇਜਤਾ, ਉਹ ਬੰਦੇ ਦੇ 2 ਪੈਸੇ ਬਣ ਜਾਣ, ਤੁਹਾਡਾ ਵੀ ਫਾਇਦਾ ਹੋ ਜੇ। ਤਾਂ ਜਿਹੜੀ ਚੀਜ਼ ਮੈਨੂੰ ਪਸੰਦ ਹੈ, ਜਿਹੜੀ ਚੀਜ਼ ਉੱਪਰ ਮੈंने ਜ਼ੋਰ ਲਾਇਆ ਅੱਜ ਕੱਲ, ਮੈਂ ਆਪ ਕੋਚ ਨਹੀਂ ਕਰ ਰਿਹਾ ਅੱਜ ਕੱਲ, ਮੈਂ ਕੋਚਾਂ ਨੂੰ ਸੁਪਰਵਾਈਜ਼ ਕਰਦਾ, ਮੈਂ ਕੋਚ ਟ੍ਰੇਨ ਕਰ ਰਿਹਾ। ਤਾਂ ਅਗਰ ਤੁਸੀਂ ਕੋਚ ਬਣਨਾ ਚਾਹੁੰਦੇ ਹੋ